ਹੈਲੋ ਫਰੈਂड्स ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87। ਸੋ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੈਂਬਰਿਜ ਇੰਗਲਿਸ਼ ਗ੍ਰਾਮਰ ਇਨ ਯੂਜ਼ ਬਾय ਰੇਮੰਡ ਮਰਫੀ। ਉਸ ਦੀ ਜਿਹੜੀ ਯੂਨਿਟ ਹੈ ਯੂਨਿਟ ਨੰਬਰ 81 81 ਨੰਬਰ ਯੂਨਿਟ ਹੈ ਜਿਹੜੀ ਉਹ ਆਪਾਂ ਨੇ ਕਰਨੀ ਹੈ। ਇਸ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ ਅਪੋਸਟ੍ਰੋਫੀ ਐਸ। ਦੇਖੋ ਇਹ ਸਾਰਾ ਕੁਝ ਕੀ ਹੁੰਦਾ ਮੈਂ ਤੁਹਾਨੂੰ ਸਾਰਾ ਸਮਝਾਵਾਂਗਾ। ਈਜ਼ਲੀ ਤੁਹਾਡੇ ਸਮਝ ਆ ਜਿਹੜਾ ਉਹ ਆ ਜਾਏਗਾ, ਬਿਲਕੁਲ ਆਸਾਨ ਹੈ। ਲਗਭਗ ਤੁਹਾਨੂੰ 50 to 60% ਤਾਂ ਇਸ ਬਾਰੇ ਪਹਿਲਾਂ ਤੋਂ ਹੀ ਪਤਾ ਹੈ। ਅਪੋਸਟ੍ਰੋਫੀ ਐਸ ਜਿਸ ਤਰ੍ਹਾਂ ਕਿ योर सिस्टर ਉੱਪਰ ਦੇਖੋ ਇਹ ਜਿਹੜਾ ਕੋਮਾ ਉੱਪਰਲੀ ਸਾਈਡ ਹੁੰਦਾ ਉਸ ਨੂੰ ਬੋਲਦੇ ਨੇ ਅਪੋਸਟ੍ਰੋਫੀ। ਔਰ ਉਸ ਤੋਂ ਬਾਅਦ ਆ ਗਿਆ ਐਸ ਅਪੋਸਟ੍ਰੋਫੀ ਐਸ योर सिस्टर्स नेम एंड ऑफ ਅਤੇ ऑफ ਦਾ ਯੂਜ਼ ਜਿਸ ਤਰ੍ਹਾਂ द नेम ऑफ द बुक मतलब कि ਕੀ ਚੀਜ਼ ਹੈ ਇਹ ਕਿਸ ਤਰ੍ਹਾਂ ਯੂਜ਼ ਕਰਨੇ ਨੇ ਤੁਹਾਨੂੰ ਕੱਲਾ ਕੱਲਾ ਸਮਝਾਵਾਂਗਾ। ਸਭ ਤੋਂ ਪਹਿਲਾਂ ਅਪੋਸਟ੍ਰੋਫੀ ਐਸ ਦੇ ਬਾਰੇ ਗੱਲ ਕਰਦੇ ਹਾਂ। ਅਪੋਸਟ੍ਰੋਫੀ ਐਸ ਕੀ ਹੁੰਦਾ ਹੈ? ਆਪਾਂ ਅਪੋਸਟ੍ਰੋਫੀ ਐਸ ਦਾ ਯੂਜ਼ ਉਦੋਂ ਕਰਦੇ ਹਾਂ ਜਦੋਂ ਆਪਾਂ ਕਿਸੇ ਦੀ ਚੀਜ਼ ਕੋਈ ਦੱਸਣੀ ਹੋਵੇ। ਜਿਸ ਤਰ੍ਹਾਂ ਮੰਨ ਲਓ ਫਾਰ ਐਗਜ਼ਾਮਪਲ ਦੇਖੋ ਆਪਾਂ ਕਹਿਣਾ ਹੋਵੇ ਰਾਮ ਦੀ ਕਿਤਾਬ, ਮਤਲਬ ਕਿ ਅਪੋਸਟ੍ਰੋਫੀ ਦਾ ਮਤਲਬ ਹੁੰਦਾ ਦਾ ਦੇ ਦੀ ਦੀਆਂ, ਹਨਾ। ਜਿਵੇਂ ਆਪਾਂ ਕਹਿਣਾ ਹੋਵੇ ਰਾਮ ਦੀ ਕਿਤਾਬ ਤਾਂ ਆਪਾਂ ਕਹਾਂਗੇ, ਇੱਥੇ ਮੈਂ ਲਿਖਦਾ ਆਪਾਂ ਕਹਾਂਗੇ ਰਾਮ ਔਰ ਉੱਪਰ ਇੱਕ ਕੋਮਾ ਲਗਾਵਾਂਗੇ ਉੱਪਰਲੀ ਸਾਈਡ, ਇਸ ਨੂੰ ਬੋਲਦੇ ਨੇ ਅਪੋਸਟ੍ਰੋਫੀ। ਔਰ ਨਾਲ ਲਗਾਵਾਂਗੇ ਐਸ ਰਾਮ ਅਪੋਸਟ੍ਰੋਫੀ ਐਸ ਰਾਮਜ਼, ਇੱਥੇ ਆਪਾਂ ਕਰ ਦਾਂਗੇ ਬੁੱਕ। ਤਾਂ ਇਹਦਾ ਮਤਲਬ ਹੋ ਗਿਆ ਰਾਮ ਦੀ ਕਿਤਾਬ, ਮਤਲਬ ਕਿ ਰਾਮ ਅਪੋਸਟ੍ਰੋਫੀ ਐਸ ਰਾਮਜ਼ ਬੁੱਕ। ਇਸੇ ਤਰ੍ਹਾਂ ਮੰਨ ਲਓ ਆਪਾਂ ਕਹਿਣਾ ਹੋਵੇ ਮੇਰੇ ਦੋਸਤ ਦਾ ਘਰ ਤਾਂ ਆਪਾਂ ਕਹਾਂਗੇ ਮਾਈ ਫਰੈਂਡ ਲਿਖ ਕੇ ਉਸ ਤੋਂ ਬਾਅਦ ਉੱਪਰ ਅਪੋਸਟ੍ਰੋਫੀ ਫਿਰ ਐਸ। ਜਿਸ ਤਰ੍ਹਾਂ ਦੇਖੋ ਮੈਂ ਲਿਖੇ ਦਿੰਨਾ ਮਾਈ ਫਰੈਂਡ ਅਪੋਸਟ੍ਰੋਫੀ ਉੱਪਰ ਆ ਗਿਆ ਫਿਰ ਐਸ ਮਾਈ ਫਰੈਂਡਸ ਹਾਊਸ। ਤਾਂ ਇਹਦਾ ਮਤਲਬ ਹੋ ਗਿਆ ਮੇਰੇ ਦੋਸਤ ਦਾ ਘਰ। ਤਾਂ ਇਸ ਤਰ੍ਹਾਂ ਆਪਾਂ ਲਿਖਦੇ ਹਾਂ। ਹੁਣ ਦੂਸਰੀ ਗੱਲ, ਜਦੋਂ ਆਪਾਂ ਕਿਸੇ ਦੀ ਕੋਈ ਚੀਜ਼ ਦੱਸਣੀ ਹੋਵੇ ਆਪਾਂ ਇਸ ਤਰ੍ਹਾਂ ਅਪੋਸਟ੍ਰੋਫੀ ਐਸ ਦੇ ਨਾਲ ਵੀ ਲਿਖਦੇ ਹਾਂ ਤੇ ਆਫ ਦੇ ਨਾਲ ਵੀ ਲਿਖਦੇ ਹਾਂ। ਜਿਸ ਤਰ੍ਹਾਂ ਮੰਨ ਲਓ ਇਹ ਸੈਂਟੈਂਸ ਹੈ ਉੱਪਰਲਾ ਰਾਮ ਦੀ ਕਿਤਾਬ ਰਾਮਜ਼ ਬੁੱਕ। ਕਈ ਵਾਰ ਇਸ ਨੂੰ ਮੈਂ ਵੀ ਕਈ ਵਾਰ ਤੁਹਾਨੂੰ ਸਮਝਾਇਆ, ਬਟ ਅੱਜ ਆਪਾਂ ਗ੍ਰਾਮੈਟਿਕਲੀ ਜਿਹੜਾ ਰੂਲ ਹੈ ਉਸ ਦੇ ਬਾਰੇ ਗੱਲ ਕਰਾਂਗੇ। ਮੰਨ ਲਓ ਆਪਾਂ ਕਹਿੰਦਾ ਰਾਮਜ਼ ਬੁੱਕ ਤਾਂ ਇਹਦਾ ਮਤਲਬ ਹੋ ਗਿਆ ਰਾਮ ਦੀ ਕਿਤਾਬ, ਜਾਂ ਫਿਰ ਆਪਾਂ ਕਹੀਏ ਬੁੱਕ ਆਫ ਰਾਮ ਤਾਂ ਇਹਦਾ ਮਤਲਬ ਵੀ ਕਈ ਲੈਂਦੇ ਨੇ ਕਿ ਰਾਮ ਦੀ ਕਿਤਾਬ, ਵੈਸੇ ਇਹਦਾ ਮਤਲਬ ਵੀ ਬਣਦਾ ਰਾਮ ਦੀ ਕਿਤਾਬ। ਬਟ ਗ੍ਰਾਮੈਟਿਕਲੀ ਜਿਹੜੇ ਮਤਲਬ ਰੂਲਸ ਨੇ ਉਸ ਦੇ ਵਿੱਚ ਇਹ ਵਾਲਾ ਰੋਂਗ ਹੈ, ਨਿਚਲਾ ਇਹ ਵਾਲਾ ਰਾਈਟ ਹੈ। ਮਤਲਬ ਕਿ ਜਦੋਂ ਵੀ ਆਪਾਂ ਕਿਸੇ ਪਰਸਨ ਜਾਂ ਫਿਰ ਕਿਸੇ ਐਨੀਮਲ ਜਾਨਵਰ ਜਿਹੜੇ ਜਿਉਂਦੇ ਜਾਗਦੇ ਜੀਵ ਨੇ ਆਪਾਂ ਉਹਨਾਂ ਬਾਰੇ ਇਹ ਗੱਲ ਦੱਸਣੀ ਹੋਵੇ ਕਿ ਉਸ ਦੀ ਮਤਲਬ ਦਾ ਦੇ ਦੀ ਰਾਮ ਦੀ ਕਿਤਾਬ, ਜਾਂ ਆਪਾਂ ਕਹਿਣਾ ਹੋਵੇ ਕਿਸੇ ਜਾਨਵਰ ਦਾ ਵੀ ਕਹਿਣਾ ਹੋਵੇ ਜਿਵੇਂ ਹਾਥੀ ਦੀ ਸੁੰਡ ਹੈ ਨਾ ਐਲੀਫੈਂਟਸ, ਫਿਰ ਉਸ ਤੋਂ ਬਾਅਦ ਅਪੋਸਟ੍ਰੋਫੀ ਐਸ ਲਾਗੇ ਤਾਂ ਉੱਥੇ ਆਪਾਂ ਅਪੋਸਟ੍ਰੋਫੀ ਦਾ ਹੀ ਯੂਜ਼ ਕਰਦੇ ਹਾਂ। ਵੈਸੇ ਤੁਹਾਨੂੰ ਮੇਨ ਗੱਲ ਇਹ ਹੈ ਇੱਥੇ ਤੁਹਾਨੂੰ ਅਪੋਸਟ੍ਰੋਫੀ ਦਾ ਪਤਾ ਚੱਲ ਗਿਆ ਕਿ ਅਪੋਸਟ੍ਰੋਫੀ ਹੁੰਦਾ ਕੀ ਹੈ, ਅਪੋਸਟ੍ਰੋਫੀ ਐਸ ਹੁੰਦਾ ਕੀ ਹੈ। ਜਿਸ ਤਰ੍ਹਾਂ ਰਾਮਜ਼ ਬੁੱਕ ਰਾਮ ਦੀ ਕਿਤਾਬ, ਤਾਂ ਇਸ ਤਰ੍ਹਾਂ ਆਪਾਂ ਅਪੋਸਟ੍ਰੋਫੀ ਐਸ ਦਾ ਯੂਜ਼ ਕਰਦੇ ਹਾਂ। ਹੁਣ ਕਿੱਥੇ ਕਿੱਥੇ ਆਪਾਂ ਯੂਜ਼ ਕਰਨਾ ਹੈ, ਕਿੱਥੇ ਕਿੱਥੇ ਨਹੀਂ ਕਰਨਾ, ਕਿਸ ਤਰ੍ਹਾਂ ਕਰਨਾ ਹੈ, ਤਾਂ ਉਸ ਦੇ ਬਾਰੇ ਆਪਾਂ ਸਿੱਖਾਂਗੇ। ਬਿਲਕੁਲ ਈਜ਼ੀ ਹੈ ਕੰਮ। ਦੇਖੋ ਸਭ ਤੋਂ ਪਹਿਲਾਂ ਦੇਖੋ ਫਸਟ ਪੁਆਇੰਟ ਦੇ ਵਿੱਚ ਆਪਾਂ ਨੂੰ ਕੀ ਪਤਾ ਹੋਣਾ ਚਾਹੀਦਾ ਹੈ, ਵੀ ਯੂਜ਼ ਅਪੋਸਟ੍ਰੋਫੀ ਐਸ। ਅਸੀਂ ਮਤਲਬ ਅਪੋਸਟ੍ਰੋਫੀ ਐਸ ਦਾ ਯੂਜ਼ ਕਰਦੇ ਹਾਂ, ਮਤਲਬ ਕਿਸੇ ਵੀ ਸ਼ਬਦ ਦੇ ਨਾਲ ਪਹਿਲਾਂ ਅਪੋਸਟ੍ਰੋਫੀ ਫਿਰ ਐਸ ਅਸੀਂ ਇਸ ਤਰ੍ਹਾਂ ਯੂਜ਼ ਕਰਦੇ ਹਾਂ, ਜਿਸ ਨੂੰ ਅਪੋਸਟ੍ਰੋਫੀ ਪਲੱਸ ਐਸ ਦੇਖੋ ਯੂਜ਼ ਕਰਦੇ ਹਾਂ। ਕਦੋਂ ਕਰਦੇ ਹਾਂ? ਮੋਸਟਲੀ ਫॉर ਪੀਪਲ ਔਰ ਐਨੀਮਲਸ। ਇਹ ਗੱਲ ਤੁਸੀਂ ਨੇ ਯਾਦ ਰੱਖਣੀ ਹੈ। ਆਪਾਂ ਅਪੋਸਟ੍ਰੋਫੀ ਐਸ ਦਾ ਜਿਹੜਾ ਯੂਜ਼ ਹੈ ਜ਼ਿਆਦਾਤਰ ਅਸੀਂ ਜਾਂ ਤਾਂ ਪੀਪਲ ਲੋਕਾਂ ਦੇ ਨਾਲ ਕਰਦੇ ਹਾਂ ਜਾਂ ਫਿਰ ਐਨੀਮਲਸ ਦੇ ਨਾਲ ਕਰਦੇ ਹਾਂ। ਜਿਸ ਤਰ੍ਹਾਂ ਮੰਨ ਲਓ ਐਲੀਫੈਂਟ ਹੈ ਤਾਂ ਆਪਾਂ ਐਲੀਫੈਂਟ ਦੇ ਨਾਲ ਅਪੋਸਟ੍ਰੋਫੀ ਐਸ ਲਗਾ ਸਕਦੇ ਹਾਂ। ਐਲੀਫੈਂਟਸ ਅੱਗੇ ਆਪਾਂ ਹਾਥੀ ਦਾ ਦੇ ਦੀ ਕੁਝ ਦੱਸਣਾ ਹੋਵੇ ਉਹ ਆ ਜਾਏਗਾ। ਜਾਂ ਪੀਪਲ ਹੋ ਗਏ, ਮੰਨ ਲਓ ਜਿਵੇਂ ਮੇਰਾ ਫਰੈਂਡ ਵੀ ਇੱਕ ਮਤਲਬ ਦੋਸਤ ਹੋ ਗਿਆ ਆਪਣਾ, ਕੋਈ ਲੜਕਾ ਹੀ ਹੋਏਗਾ ਤਾਂ ਉਸ ਦੇ ਨਾਲ ਵੀ ਫਰੈਂਡਸ ਤਾਂ ਅਪੋਸਟ੍ਰੋਫੀ ਐਸ ਦਾ ਯੂਜ਼ ਕਰ ਸਕਦੇ ਹਾਂ। ਕਿਸੇ ਦਾ ਨਾਮ ਹੈ ਰਾਮ ਸ਼ਾਮ ਹੈ ਨਾ, ਤਾਂ ਉਸ ਦੇ ਨਾਲ ਵੀ ਅਪੋਸਟ੍ਰੋਫੀ ਐਸ ਦਾ ਆਪਾਂ ਯੂਜ਼ ਕਰ ਸਕਦੇ ਹਾਂ। ਤਾਂ ਜਿਹੜਾ ਅਪੋਸਟ੍ਰੋਫੀ ਐਸ ਦਾ ਆਪਾਂ ਯੂਜ਼ ਕਰਦੇ ਹਾਂ ਜ਼ਿਆਦਾਤਰ ਜਾਂ ਤਾਂ ਪੀਪਲ ਲੋਕਾਂ ਦੇ ਨਾਲ ਜਾਂ ਫਿਰ ਐਨੀਮਲਸ ਦੇ ਨਾਲ। ਸ਼ਾਰਟ ਤਰੀਕੇ ਦੇ ਵਿੱਚ ਕਹਿ ਸਕਦੇ ਹਾਂ ਜਿਉਂਦੇ ਜਾਗਦੇ ਜਿਹੜੇ ਜੀਵ ਹੁੰਦੇ ਨੇ ਉਹਨਾਂ ਦੇ ਨਾਲ ਹੀ ਆਪਾਂ ਅਪੋਸਟ੍ਰੋਫੀ ਐਸ ਦਾ ਜ਼ਿਆਦਾਤਰ ਯੂਜ਼ ਹੈ ਜਿਹੜਾ ਉਹ ਕਰਦੇ ਹਾਂ। ਜਿਸ ਤਰ੍ਹਾਂ ਦੇਖੋ ਐਗਜ਼ਾਮਪਲ ਟੌਮਸ ਕੰਪਿਊਟਰ ਇਜ਼ ਨਾਟ ਵਰਕਿੰਗ। ਦੇਖੋ ਟੌਮ ਆ ਗਿਆ ਅਪੋਸਟ੍ਰੋਫੀ ਐਸ ਟੌਮਸ ਕੰਪਿਊਟਰ, ਤਾਂ ਇਹਦਾ ਮਤਲਬ ਹੋ ਗਿਆ ਟੌਮ ਦਾ ਕੰਪਿਊਟਰ। ਠੀਕ ਹੈ
इज नॉट वर्किंग, काम नहीं कर रहा, टॉम्स कंप्यूटर इज नॉट वर्किंग, तो आप अपॉस्ट्रोफी एस का यूज किया। हुण एक गल इत्थे याद रखनी है, नॉट इसनूं आपां इस तरह नहीं लिखांगे द कंप्यूटर ऑफ टॉम, ऑफ दे नाल आपां यूज इसदा नहीं करांगे। क्यों नहीं करांगे ये आपां अगे तुहानूं अगे भी दसांगे, बट मैं पहलां उपर भी पढ़ के दस चुकिया कि अपॉस्ट्रोफी जिहड़ा एस है आपां पीपल या फिर एनीमल इन्हां दे नाल आपां अपॉस्ट्रोफी एस का ही यूज करते हैं जदों आपां उन्हां दे लई कोई दा दे दी इस तरह दसना होवे। जिस तरह इत्थे है टॉम दा कंप्यूटर है ना, टॉम दा कंप्यूटर, तो टॉम्स कंप्यूटर इस तरह आएगा। अगली एग्जांपल आप किस तो पूछ रहे हैं, हाउ ओल्ड आर क्रिस, क्रिस किसी मतलब व्यक्ति का नाम है, तो हाउ ओल्ड आर क्रिस अपॉस्ट्रोफी एस, क्रिसज चिल्ड्रन, भी जेडे क्रिस दे बच्चे ने मतलब हाउ ओल्ड उन्हां दी एज की है ना, तो इत्थे देखो क्रिस दे बच्चे, क्रिस अपॉस्ट्रोफी एस चिल्ड्रन, क्रिसज चिल्ड्रन, तो इत्थे भी अपॉस्ट्रोफी एस का यूज किया क्योंकि इत्थे पीपल की गल हो रही है। अगे वट इज योर सिस्टर्स नेम, तुहाडी भैन का नाम की है, देखो सिस्टर अपॉस्ट्रोफी एस, तुहाडी भैन का नाम की है, सिस्टर्स नेम। इस तरह वट इज टॉम्स सिस्टर्स नेम, देखो कई बार एक सेंटेंस दे विच अपॉस्ट्रोफी एस है जिहड़ा दो बार भी आ सकता है। इत्थे आपां कह रहे हैं वट इज टॉम्स सिस्टर, पहला तो आपां कह रहे हैं टॉम दी भैन, उस तो बाद टॉम दी भैन दा नाम, अगे टॉम दी भैन दा नाम, तां करके इत्थे आया वट इज टॉम्स सिस्टर्स नेम। मतलब कि एडी कोई खास गल नहीं है, एक सेंटेंस दे विच अपॉस्ट्रोफी एस है जिहड़ा वो दो बार भी यूज हो सकता है, कोई वड्डी गल नहीं है। लास्ट देखो बी केयरफुल, डोंट स्टेप ऑन, स्टेप ऑन हुंदा है मतलब पैर रखना, डोंट स्टेप ऑन द कैट्स टेल, कैट अपॉस्ट्रोफी एस टेल, बिल्ली दी पूछ, मतलब कि केयरफुल रहो बिल्ली दी पूछ ते पैर ना धरो। पहली गल तो देखो तुहानूं अपॉस्ट्रोफी एस लगाउण दा पता चल गया, आपां पीपल या फिर एनीमल दे नाल अपॉस्ट्रोफी एस का यूज करते हैं जदों आपां दसना होवे दा दे दी, जिस तरह बिल्ली दी पूछ, उत्थे आपां दस्सिया सी टॉम दी भैन दा नाम, इत्थे आपां दस्सिया सी क्रिस दे बच्चे, इत्थे आपां दस्सिया सी टॉम दा कंप्यूटर, दा दे दी मतलब अपॉस्ट्रोफी एस। ये गल क्लीयर है। अगला पॉइंट देखो, यू कैन यूज अपॉस्ट्रोफी एस, तुसी अपॉस्ट्रोफी एस का यूज कर सकते हो विदाउट अ नाउन आफ्टर इट। देखो एक गल याद रखो, जदों भी आपां ने अपॉस्ट्रोफी एस का यूज किया है तो उस तो बाद कोई ना कोई नाउन है, जिस तरह आपां कहा टॉम्स, टॉम अपॉस्ट्रोफी एस, टॉम दा, हुण अगे आपां दस्सिया कि टॉम दा, टॉम्स, टॉम दा की कंप्यूटर, टॉम्स कंप्यूटर, तो देखो इत्थे नाउन आ गया, टॉम अपॉस्ट्रोफी एस कंप्यूटर नाम आ गया भी टॉम दा कंप्यूटर। इत्थे है क्रिस अपॉस्ट्रोफी एस, क्रिस दे की, क्रिस दे बच्चे, तो क्रिसज चिल्ड्रन। इसे तरह योर सिस्टर्स, तुहाडी भैन दा, अगे भैन दा की नेम, तो इत्थे नाम है जिहड़ा वो आ गया। इसे तरह कैट्स, तो कैट आ गया, कैट दी मतलब कि टेल पूछ, कैट दी पूछ, मतलब कि अपॉस्ट्रोफी एस तो बाद जिहड़ा नाउन है वो आउंदा है। बट कई बार इस तरह भी हो सकता है कि आपां अपॉस्ट्रोफी एस तो बाद कोई भी जिहड़ा नाम है वो नहीं हो सकता, वो उदों नहीं हो सकता जदों आपां नूं जिहड़ा कोई उस तो बाद नाम जिहड़ा आउणा है वो आपां नूं मतलब कि क्लीयर होवे ऑटोमैटिकली। जिस तरह देखो इत्थे गल चल रही है, कॉन्वरसेशन हो रही है किसी नाल, दिस इज नॉट माई बुक, आपां किसी नूं कह रहे हाँ कि दिस इज नॉट माई बुक, ये मेरी किताब नहीं हैगी। इट इज माई सिस्टर्स, सिस्टर अपॉस्ट्रोफी एस, इत्थे सेंटेंस यह खत्म है। इट इज माई सिस्टर्स, ये मेरे भैन दी है। हाँ जेकर चाहिए आप अगे सिस्टर अपॉस्ट्रोफी एस तो बाद दोबारा बुक भी लिख सकते हैं, आप कह सकते हैं दिस इज नॉट माई बुक, दिस इज माई सिस्टर्स बुक। बट कई बार की हुंदा है जिहड़ा कोई नाम हुंदा है, जिवें आपां कहने ये मेरी भैन दी है, तो आपां नूं ओबवियस है कि किताब की गल हो रही है कि मेरी भैन की किताब है। देखो जेकर पंजाबी च बोलीए, जेकर आपां नाल इहदे बुक लगाइए तो आपां कहांगे ये मेरी किताब नहीं हैगी, ये मेरे भैन की किताब है। किताब दो बार बोलिया, बट आपां पंजाबी च इस तरह भी बोल सकते हैं ये मेरी किताब नहीं हैगी, मेरी भैन दी है।
तो ਜਿਹੜਾ ਅਗਲਾ ਸੈਂਟੈਂਸ ਹੈ ਮੇਰੀ ਭੈਣ ਦੀ ਹੈ ਨਾ, ਉੱਥੇ ਆਪਾਂ ਦੁਬਾਰਾ ਬੁੱਕ ਦਾ ਯੂਜ਼ ਨਹੀਂ ਕੀਤਾ। ਤਾਂ ਇਸ ਸਿਚੁਏਸ਼ਨ ਦੇ ਵਿੱਚ ਆਪਾਂ ਅਪੋਸਟ੍ਰੋਫੀ ਐਸ ਦਾ ਇਕੱਲਾ ਵੀ ਯੂਜ਼ ਹੋ ਸਕਦਾ, ਉਸ ਤੋਂ ਬਾਅਦ ਕੋਈ ਨਾਉਨ ਨਹੀਂ ਵੀ ਹੋ ਸਕਦਾ, ਕੋਈ ਪ੍ਰੋਬਲਮ ਨਹੀਂ। ਇਹ ਸਿਰਫ ਤੁਹਾਨੂੰ मतलब कि याद रखने के लिए है कि तुहानू नॉलेज हो इस चीज़ की। अगला पॉइंट, वी यूज अपोस्ट्रोफी एस, असी अपोस्ट्रोफी एस का यूज़ करते हैं विद अ नाउन, किसी नाम के नाल। बिल्कुल ये आप पहला कर चुके हैं, टॉम फ्रेंड मतलब टॉम के नाल टॉम्स, फ्रेंड्स अपोस्ट्रोफी एस, टीचर्स एक्सैट्रा। आप इस तरह अपोस्ट्रोफी एस का यूज़ करते हैं। वी डू नॉट, बट ये चीज़ याद रखनी है, वी डू नॉट यूज अपोस्ट्रोफी एस, पर असी अपोस्ट्रोफी एस का यूज़ नहीं करते विद अ लॉन्ग ग्रुप ऑफ वर्ड्स। बट एक गल याद रखनी है, असी अपोस्ट्रोफी एस का यूज़ करते हैं भी राम का कंप्यूटर, राम्स कंप्यूटर, टॉम का घर, टॉम्स हाउस, सिंगल शब्द ने आप करता अपोस्ट्रोफी एस का यूज़। बट कई बार की होंदा है अ ग्रुप ऑफ वर्ड्स, एक लंबा सेंटेंस होंदा, लॉन्ग ग्रुप ऑफ वर्ड्स होंदा, तो उत्थे आप अपोस्ट्रोफी का यूज़ कर नहीं सकते। हालांकि मीनिंग उत्थे भी दा दे दी हुंदा है, पर आप यूज़ नहीं कर सकते। किवें नहीं कर सकते, देखो एग्जाम्पल है, आप सिंपल कहा योर फ्रेंड्स नेम, आप फ्रेंड तो बाद अपोस्ट्रोफी एस का यूज़ कराया नेम, तुहाडे दोस्त का नाम, योर फ्रेंड्स नेम, ईजी है, अपोस्ट्रोफी एस का यूज़ हो गया। बट अगली एग्जाम्पल देखो, द नेम ऑफ द वुमेन, इत्थे देखो द नेम ऑफ द वुमेन सिटिंग बाय द डोर। हुण आपां इत्थे ये गल कह रहे हैं द नेम ऑफ द वुमन, भी उस औरत का नाम सिटिंग बाय द डोर, जिहड़ी कि दरवाजे दे नाल बैठी है। हुण देखो ये लॉन्ग सेंटेंस हो गया। जे इकल्ला सिर्फ इन्ना हुंदा कि औरत का नाम, तो आपां सिर्फ इन्ना कह सकदे सी अ वुमेन्स नेम, तो आप कह सकते सी, कोई प्रॉब्लम नहीं, अ वुमेन्स नेम सिंपल है। बट इत्थे नाल देखो जिहड़ी आपां औरत का नाम दस रहे हाँ, कल्ली वुमेन नहीं आपां कहा, आपां नाल उस दे नाल होर भी एडिशनल इन्फॉर्मेशन दी है कि वो औरत जिहड़ी कि सिटिंग बाय द डोर, जिहड़ी कि दरवाजे नाल बैठी है। हुण इत्थे आपां अपोस्ट्रोफी किसी भी जगह ते आपां नहीं लगा सकते। हुण अपोस्ट्रोफी आपां किस तरह लगावांगे, देखो जे तां कल्ला इस तरह हुंदा द नेम ऑफ द वुमेन, तां अ वुमेन्स नेम, तां इस तरह आउणा सीगा, ये राइट सी। बट हुण आपां जेकर एडे लंबे सेंटेंस दे विच कहांगे अपोस्ट्रोफी, हुण जेकर आपां इस तरह लाउने अपोस्ट्रोफी, आपां कहने आ द वुमेन्स अपोस्ट्रोफी एस, द वुमेन्स नेम, इत्थे आपां इन्ना लिखता अ वुमेन्स नेम, फिर आपां जिहड़ी आ चीज़ है जेकर इस तो बाद लिखदे आ सिटिंग बाय द डोर, मतलब आपां कहने आ अ वुमेन्स नेम सिटिंग बाय द डोर, तां जिहड़ी सेंस है वो चेंज हो जाएगी, तां सेंस है जिहड़ी वो गलत हो जाएगी, इस तरह आपां नहीं लिख सकते। और दूसरा, जेकर आपां कहने आ कि अपोस्ट्रोफी एस आपां वुमेन दे नाल ला दईए, सिटिंग बाय द डोर लिख के बाद दे विच नाम लिखीए, मतलब कि इस तरह द वुमेन अपोस्ट्रोफी एस सिटिंग बाय द डोर नेम, फिर भी देखो कोई सेंस नहीं बनती। ਜਾਂ फिर आपां तीसरा ये सोचिए कि आप इस तरह कहिए द वुमेन सिटिंग बाय द डोर अपोस्ट्रोफी एस नेम, वो भी देखो कोई गल नहीं बनी, है ना। इसलिए जो इस तरह लंबा ग्रुप ऑफ वर्ड्स हो जाते हैं, ज़्यादा लंबा सेंटेंस, उसनों आप ऑफ दे नाल ही लिखते हैं द नेम ऑफ द वुमेन सिटिंग बाय द डोर, उत्थे अपोस्ट्रोफी एस नहीं लगाते। जेकर सिर्फ कल्ला द वुमेन इन्ना हुंदा, सिटिंग बाय द डोर ना हुंदा, फिर आप अ वुमेन्स नेम, फिर इस तरह आप लिख सकते सी। ये चीज़ याद रखनी है। अगला सैकेंड पॉइंट देखो, इस दे विच आपां की करना है, विद अ सिंगुलर नाउन वी यूज अपोस्ट्रोफी एस। बिल्कुल सिंपल है, जेकर सिंगुलर नाम है अपने लवे तो आप अपोस्ट्रोफी एस लाने, उपर आप कर चुके हैं। जरा सिस्टर है, सिस्टर्स रूम, मतलब जेकर आप कह रहे हैं माई सिस्टर्स रूम, तो यह मतलब हो गया हर रूम, मतलब कि वन सिस्टर, सिर्फ एक सिस्टर की गल हो रही है, माई सिस्टर्स रूम, सिर्फ एक भैन की। इस तरह आप कहने टॉम्स हाउस, टॉम सिर्फ एक बंदे का नाम है। इस तरह अ वुमेन्स नेम, औरत का नाम सिर्फ एक औरत है ना, तो आप अपोस्ट्रोफी एस का यूज़ करते हैं, कोई प्रॉब्लम नहीं। फ्रेंड भी हो सकता है, माई फ्रेंड्स नेम, माई टीचर्स नेम, माई टीचर्स अपना माई टीचर्स हाउस, कुछ भी कह सकते हैं, मतलब कि सिंगल है, जेकर सिंगल हो सिंगुलर हो ऑब्वियस है अपोस्ट्रोफी एस लावांगे। बट अगला देखो, विद अ प्लूरल नाउन वी पुट एन अपोस्ट्रोफी, ठीक है, एट द एंड ऑफ द वर्ड। इस लाइन की तुहानूं मैं पंजाबी दे विच समझाउणा। बट जेकर जिहड़ा अपना नाउन है प्लूरल होवे, नाम अपना होवे प्लूरल और एंड हुंदा होवे एस तो, ऑब्वियस है ज़्यादातर जिहड़े प्लूरल नाम हुंदे ने
ਉਹ ਐਸ ਤੋਂ ਐਂਡ ਹੁੰਦੇ ਨੇ। ਜਿਸ ਤਰ੍ਹਾਂ ਮੰਨ ਲਓ ਸਿਸਟਰ, ਇੱਕ ਸਿਸਟਰ ਹੋ ਗਈ, ਆਪਾਂ ਕਹੀਏ ਭੈਣਾਂ ਇੱਕ ਤੋਂ ਜ਼ਿਆਦਾ 2 4 5 ਜਿੰਨੀਆਂ ਵੀ ਨੇ ਤਾਂ ਆਪਾਂ ਕਹਾਂਗੇ ਸਿਸਟਰਸ, ਤਾਂ ਦੇਖੋ ਐਂਡ ਤੇ ਐਸ ਆਏਗਾ ਸਿਸਟਰਸ। ਤਾਂ ਇਸ ਤਰ੍ਹਾਂ ਜਦੋਂ ਕੋਈ ਪਲੂਰਲ ਨਾਉਨ ਹੋਵੇ ਔਰ ਐਂਡ ਹੁੰਦਾ ਹੋਵੇ ਐਸ ਤੋਂ, ਪਲੂਰਲ ਨਾਮ ਐਂਡ ਹੁੰਦਾ ਹੋਵੇ ਐਸ ਤੋਂ, ਤਾਂ ਉੱਥੇ ਆਪਾਂ ਓਨਲੀ ਅਪੋਸਟ੍ਰੋਫੀ ਦਾ ਯੂਜ਼ ਕਰਦੇ ਹਾਂ। ਅਪੋਸਟ੍ਰੋਫੀ ਤੋਂ ਬਾਅਦ ਦੁਬਾਰਾ ਐਸ ਦਾ ਯੂਜ਼ ਨਹੀਂ ਕਰਦੇ ਆਪਾਂ। ਇਹ ਚੀਜ਼ ਯਾਦ ਰੱਖਣੀ ਹੈ। ਕਿਸ ਤਰ੍ਹਾਂ? ਜਿਸ ਤਰ੍ਹਾਂ ਦੇਖੋ ਮਾਈ ਸਿਸਟਰਸ ਰੂਮ, ਦੇਖੋ ਮਾਈ ਸਿਸਟਰਸ ਤੋਂ ਬਾਅਦ ਕੱਲਾ ਅਪੋਸਟ੍ਰੋਫੀ ਹੈ, ਅਪੋਸਟ੍ਰੋਫੀ ਤੋਂ ਬਾਅਦ, ਇਸ ਅਪੋਸਟ੍ਰੋਫੀ ਤੋਂ ਬਾਅਦ ਇੱਥੇ ਦੁਬਾਰਾ ਐਸ ਦਾ ਯੂਜ਼ ਆਪਾਂ ਨਹੀਂ ਕਰਾਂਗੇ। ਕਿਉਂ? ਕਿਉਂਕਿ ਇੱਕ ਤਾਂ ਇਹ ਪਲੂਰਲ ਹੈ, ਪਲੂਰਲ ਹੈ ਔਰ ਐਂਡ ਹੁੰਦਾ ਹੈ ਐਸ ਤੋਂ। ਕੋਈ ਜ਼ਰੂਰੀ ਨਹੀਂ ਵੀ ਪਲੂਰਲ ਹੋਣਾ ਹੀ ਤੁਸੀਂ ਦੇਖਣਾ ਹੈ। ਜੇਕਰ ਕੋਈ ਪਲੂਰਲ ਨਾਉਨ ਐਸ ਤੋਂ ਐਂਡ ਹੋ ਰਿਹਾ, ਤੁਸੀਂ ਇਹ ਚੀਜ਼ ਦੇਖਣੀ ਹੈ। ਪਲੂਰਲ ਨਾਮ ਐਸ ਤੋਂ ਐਂਡ ਹੋ ਰਿਹਾ ਤਾਂ ਤੁਸੀਂ ਨੇ ਕੱਲਾ ਅਪੋਸਟ੍ਰੋਫੀ ਲਾਉਣਾ। ਜਿਸ ਤਰ੍ਹਾਂ ਲੱਗਿਆ ਹੋਇਆ ਦੇਖੋ ਮਾਈ ਸਿਸਟਰਸ ਰੂਮ, ਮੇਰੀ ਭੈਣਾਂ ਦਾ ਕਮਰਾ, ਮਤਲਬ ਹੋ ਸਕਦਾ 4 ਭੈਣਾਂ ਹੋਣ 5 ਭੈਣਾਂ ਹੋਣ, ਉਹਨਾਂ ਦਾ ਕਮਰਾ ਹੋਵੇ। ਇਸ ਤਰ੍ਹਾਂ ਦੇਖੋ ਮਾਈ ਫਰੈਂਡਸ, ਫਰੈਂਡਸ ਦੋਸਤ ਇੱਕ ਤੋਂ ਜ਼ਿਆਦਾ, ਫਰੈਂਡ ਪਹਿਲਾਂ ਤੋਂ ਹੀ ਐਸ ਲੱਗਿਆ ਹੋਇਆ ਫਰੈਂਡਸ ਪਲੂਰਲ, ਔਰ ਫਿਰ ਆਪਾਂ ਅਪੋਸਟ੍ਰੋਫੀ ਲਾਇਆ, ਉਸ ਤੋਂ ਬਾਅਦ ਪਾਰਟੀ, ਮਾਈ ਫਰੈਂਡਸ ਪਾਰਟੀ, ਮੇਰੇ ਦੋਸਤਾਂ ਦੀ ਪਾਰਟੀ। ਤਾਂ ਅਪੋਸਟ੍ਰੋਫੀ ਤੋਂ ਬਾਅਦ ਦੁਬਾਰਾ ਐਸ ਦਾ ਯੂਜ਼ ਨਹੀਂ ਕਰਨਾ। ਆਈ ਹੋਪ ਕਿ ਤੁਸੀਂ ਸਮਝ ਗਏ ਹੋਵੋਗੇ, ਬਹੁਤ ਸਿਆਣੇ ਨੇ ਤੁਸੀਂ, ਮਤਲਬ ਜਿਹੜੇ ਪੜ੍ਹਦੇ ਹੋ ਮੈਥੋਂ, ਮੈਨੂੰ ਪਤਾ ਹੈ ਇੰਟੈਲੀਜੈਂਟ ਸਟੂਡੈਂਟ ਹੋ। ਹੁਣ ਅਗਲੀ ਚੀਜ਼ ਦੇਖੋ, ਇਫ ਅ ਪਲੂਰਲ ਨਾਉਨ ਡਜ਼ ਨਾਟ ਐਂਡ ਇਨ ਐਸ। ਹਾਂ ਇੱਥੇ ਇੱਕ ਚੀਜ਼ ਦੇਖੋ, ਜੇਕਰ ਨਾਮ ਪਲੂਰਲ ਹੈ ਬਟ ਨਾਉਨ ਕੋਈ ਵੀ ਹੈ ਪਲੂਰਲ ਹੈ, ਬਹੁਵਚਨ ਹੈ, ਬਟ ਜਿਹੜਾ ਐਂਡ ਹੈ ਉਹ ਐਸ ਤੋਂ ਐਂਡ ਨਹੀਂ ਹੁੰਦਾ। ਬਹੁਤ ਸਾਰੇ ਨਾਉਨ ਹੁੰਦੇ ਨੇ ਜਿਹੜੇ ਪਲੂਰਲ ਹੁੰਦੇ ਨੇ ਪਰ ਉਹ ਐਂਡ ਹੈ ਜਿਹੜਾ ਉਹਨਾਂ ਦਾ ਐਸ ਤੋਂ ਨਹੀਂ ਹੁੰਦਾ, ਜ਼ਿਆਦਾਤਰ ਐਸ ਤੋਂ ਹੁੰਦੇ ਨੇ, ਜਿਵੇਂ ਫਰੈਂਡ ਫਰੈਂਡਸ ਹੈ ਨਾ। ਤਾਂ ਇਸ ਤਰ੍ਹਾਂ ਹੋ ਗਿਆ, ਜਿਸ ਤਰ੍ਹਾਂ ਸਿਸਟਰ ਸਿਸਟਰਸ, ਬॉय ਬॉयਜ਼ ਹੈ ਨਾ, ਬਟ ਬਹੁਤ ਸਾਰੇ ਐਸ ਤੋਂ ਐਂਡ ਨਹੀਂ ਹੁੰਦੇ। ਤਾਂ ਉੱਥੇ ਆਪਾਂ ਨੇ ਅਪੋਸਟ੍ਰੋਫੀ ਐਸ ਹੀ ਯੂਜ਼ ਕਰਨਾ ਪਹਿਲਾਂ ਵਾਂਗੂ। ਜਿਸ ਤਰ੍ਹਾਂ ਦੇਖੋ MEN ਮੈਨ, ਮੈਨ ਹੁੰਦਾ ਮੈਂ, MAN ਹੁੰਦਾ ਇੱਕ ਵਿਅਕਤੀ, ਇੱਕ ਆਦਮੀ, MEN ਮੈਨ ਹੁੰਦਾ ਇੱਕ ਤੋਂ ਜ਼ਿਆਦਾ। ਤਾਂ ਜੇਕਰ ਆਪਾਂ ਇਸ ਤਰ੍ਹਾਂ ਮੈਨ ਦੀ ਗੱਲ ਕਰਾਂ ਇੱਕ ਤੋਂ ਜ਼ਿਆਦਾ ਦੀ, ਤਾਂ ਉਸ ਦੇ ਨਾਲ ਆਪਾਂ ਨੂੰ ਅਪੋਸਟ੍ਰੋਫੀ ਲਾਉਣ ਦੀ ਜ਼ਰੂਰਤ ਪੈ ਜੇ ਹੈ ਨਾ। ਜਾਂ ਆਪਾਂ ਕੁਝ ਕਹੀਏ ਆਦਮੀਆਂ ਦਾ ਗਰੁੱਪ ਹੈ ਨਾ, ਮੈਨਸ ਗਰੁੱਪ, ਤਾਂ ਆਪਾਂ ਅਪੋਸਟ੍ਰੋਫੀ ਐਸ ਹੀ ਲਗਾਵਾਂਗੇ, ਜਿਵੇਂ ਮੈਨ ਪਾ ਕੇ ਅਪੋਸਟ੍ਰੋਫੀ ਫਿਰ ਐਸ। ਇਸ ਤਰ੍ਹਾਂ ਚਿਲਡਰਨ, ਚਾਈਲਡ ਹੁੰਦਾ ਇੱਕ ਬੱਚਾ, ਚਿਲਡਰਨ ਹੁੰਦਾ ਇੱਕ ਤੋਂ ਜ਼ਿਆਦਾ। ਜੇਕਰ ਆਪਾਂ ਕਹਾਂਗੇ ਬੱਚਿਆਂ ਦੀ ਖੇਡ, ਬੱਚਿਆਂ ਦਾ ਕਮਰਾ, ਫਿਰ ਆਪਾਂ ਚਿਲਡਰਨ ਤੋਂ ਬਾਅਦ ਅਪੋਸਟ੍ਰੋਫੀ ਐਸ ਦਾ ਹੀ ਯੂਜ਼ ਕਰਾਂਗੇ। ਇਸੇ ਤਰ੍ਹਾਂ ਵਿਮਨ ਅਪੋਸਟ੍ਰੋਫੀ ਐਸ, ਇਸੇ ਤਰ੍ਹਾਂ ਪੀਪਲ ਅਪੋਸਟ੍ਰੋਫੀ ਐਸ, ਮਤਲਬ ਅਪੋਸਟ੍ਰੋਫੀ ਤੋਂ ਬਾਅਦ ਐਸ ਦਾ ਯੂਜ਼ ਕਰਾਂਗੇ। ਜੇਕਰ ਕੋਈ ਪਲੂਰਲ ਨਾਮ ਐਂਡ ਹੀ ਐਸ ਤੋਂ ਹੋ ਰਿਹਾ ਫਿਰ ਕੱਲੀ ਅਪੋਸਟ੍ਰੋਫੀ ਐਸ ਦੁਬਾਰਾ ਨਹੀਂ ਲਾਉਣਾ। ਆਈ ਹੋਪ ਕਿ ਇਹ ਚੀਜ਼ ਸਮਝ ਗਏ ਹੋਵੋਗੇ, ਸਿੰਪਲ ਹੈ। ਅਗਲਾ ਦੇਖੋ, ਅਗਲਾ ਪੁਆਇੰਟ, ਯੂ ਕੈਨ ਯੂਜ਼ ਅਪੋਸਟ੍ਰੋਫੀ ਐਸ। ਤੁਸੀਂ ਅਪੋਸਟ੍ਰੋਫੀ ਐਸ ਦਾ ਯੂਜ਼ ਕਰ ਸਕਦੇ ਹੋ ਆਫਟਰ ਮੋਰ ਦੈਨ ਵਨ ਨਾਉਨ। ਇੱਕ ਨਾਮ ਤੋਂ ਵੱਧ ਨਾਮ ਵੀ ਹੋ ਸਕਦੇ ਨੇ, ਤੁਸੀਂ ਉਹਨਾਂ ਨਾਲ ਵੀ ਅਪੋਸਟ੍ਰੋਫੀ ਐਸ ਦਾ ਯੂਜ਼ ਕਰ ਸਕਦੇ ਹੋ। ਬਿਲਕੁਲ ਸਿੰਪਲ ਹੈ। ਕਿਸ ਤਰ੍ਹਾਂ ਹੋ ਸਕਦੇ ਨੇ? ਜਿਸ ਤਰ੍ਹਾਂ ਦੇਖੋ ਟੌਮ ਐਂਡ ਰਾਹੁਲਸ ਵੈਡਿੰਗ, ਟੌਮ ਅਤੇ ਰਾਹੁਲ ਦਾ ਵਿਆਹ, ਟੌਮ ਅਤੇ ਰਾਹੁਲ ਦੀ ਸ਼ਾਦੀ। ਦੋ ਨਾਮ ਨੇ ਬਟ ਆਪਾਂ ਲਿਖਿਆ ਕਿਵੇਂ? ਟੌਮ ਐਂਡ ਰਾਹੁਲ, ਫਿਰ ਅਪੋਸਟ੍ਰੋਫੀ ਐਸ, ਰਾਹੁਲਸ ਵੈਡਿੰਗ, ਮਤਲਬ ਕਿ ਅਪੋਸਟ੍ਰੋਫੀ ਐਸ ਦੋਵਾਂ ਲਈ ਹੈ, ਟੌਮ ਅਤੇ ਰਾਹੁਲ ਦੀ ਸ਼ਾਦੀ। ਇਸੇ ਤਰ੍ਹਾਂ ਮਿਸਟਰ ਐਂਡ ਮਿਸਿਸ ਗੁਪਤਾ ਅਪੋਸਟ੍ਰੋਫੀ ਐਸ, ਗੁਪਤਾਜ਼ ਹਾਊਸ। ਤਾਂ ਇਸ ਤਰ੍ਹਾਂ ਇੱਕ ਤੋਂ ਵੀ ਐਂਡ ਪਾ ਕੇ ਹੈ ਨਾ, ਇੱਕ ਤੋਂ ਵੀ ਜ਼ਿਆਦਾ ਜਿਹੜੇ ਨਾਉਨ ਨੇ ਉਹ ਹੋ ਸਕਦੇ ਨੇ। ਥਰਡ ਦੇਖੋ, ਥਰਡ ਪੁਆਇੰਟ, ਫॉर ਥਿੰਗਸ ਆਈਡੀਆਜ਼ ਐਕਸੈਟਰਾ ਵੀ ਨਾਰਮਲੀ ਯੂਜ਼ ਆਫ। ਹੁਣ ਇਹ ਚੀਜ਼ ਸਮਝੋ, ਹੁਣ ਜੇਕਰ ਆਪਾਂ ਗੱਲ ਕਰਨੀ ਹੋਵੇ ਵਿਅਕਤੀਆਂ ਦੀ, ਪੀਪਲ ਜਾਂ ਫਿਰ ਐਨੀਮਲ, ਜਿਉਂਦੇ ਜਾਗਦੇ ਜੀਵਾਂ ਦੀ, ਵੀ ਮਤਲਬ ਜਿਉਂਦੇ ਜਾਗਦੇ ਜਿਹੜੇ ਜੀਵ ਨੇ ਉਹਨਾਂ ਲਈ ਆਪਾਂ ਕਹਿਣਾ ਹੋਵੇ ਦਾ, ਦੇ, ਦੀ, ਜਿਸ ਤਰ੍ਹਾਂ ਆਪਾਂ ਕਹਿੰਦੇ ਆ, ਤਾਂ ਆਪਾਂ ਅਪੋਸਟ੍ਰੋਫੀ ਐਸ ਦਾ ਯੂਜ਼ ਕਰਦੇ ਹਾਂ। ਬਟ ਜੇਕਰ ਆਪਾਂ ਕਿਸੇ ਥਿੰਗ, ਕਿਸੇ ਚੀਜ਼, ਨਿਰਜੀਵ ਚੀਜ਼ ਦੀ ਗੱਲ ਕਰ ਰਹੇ ਹਾਂ ਜਾਂ ਕੋਈ ਆਈਡੀਆਜ਼ ਦੀ ਗੱਲ ਕਰ ਰਹੇ ਹਾਂ, ਫਿਰ ਆਪਾਂ ਆਫ ਦਾ ਯੂਜ਼ ਕਰਕੇ ਬੋਲਦੇ ਹਾਂ, ਅਪੋਸਟ੍ਰੋਫੀ ਐਸ ਦਾ ਯੂਜ਼ ਕਰਕੇ ਨਹੀਂ। ਜਿਸ ਤਰ੍ਹਾਂ ਆਫ ਦਾ ਵਾਟਰ, ਆਫ ਦਾ ਬੁੱਕ ਐਕਸੈਟਰਾ। ਕਿਸ ਤਰ੍ਹਾਂ ਦੇਖੋ, ਐਗਜ਼ਾਮਪਲ ਨਾਲ ਬਹੁਤ ਵਧੀਆ ਸਮਝੋਗੇ। ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਦ ਟੈਂਪਰੇਚਰ ਆਫ ਦਾ ਵਾਟਰ, ਦ ਟੈਂਪਰੇਚਰ ਆਫ ਦਾ ਵਾਟਰ, ਪਾਣੀ ਦਾ ਟੈਂਪਰੇਚਰ। ਇਸ ਨੂੰ ਆਪਾਂ ਇਸ ਤਰ੍ਹਾਂ ਨਹੀਂ ਬੋਲਾਂਗੇ ਦ ਵਾਟਰ ਅਪੋਸਟ੍ਰੋਫੀ ਐਸ, ਦ ਵਾਟਰਸ ਟੈਂਪਰੇਚਰ। ਹੋ ਸਕਦਾ ਹੈ ਕਈ ਸਟੂਡੈਂਟ ਇਹ ਸੋਚਣ ਕਿ ਪਾਣੀ ਦਾ ਟੈਂਪਰੇਚਰ ਕਹਿ ਰਹੇ ਹਾਂ ਆਪਾਂ, ਪਾਣੀ ਦਾ ਟੈਂਪਰੇਚਰ, ਤਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਦ ਵਾਟਰ ਅਪੋਸਟ੍ਰੋਫੀ ਐਸ, ਦ ਵਾਟਰਸ ਟੈਂਪਰੇਚਰ। ਨਹੀਂ, ਕਿਉਂਕਿ ਜਿਹੜਾ ਵਾਟਰ ਹੈ ਇਹ ਨਿਰਜੀਵ ਇੱਕ ਚੀਜ਼ ਆ ਗਈ, ਤਾਂ ਕਰਕੇ ਇਸ ਦੇ ਨਾਲ ਆਪਾਂ ਅਪੋਸਟ੍ਰੋਫੀ ਐਸ ਦਾ ਯੂਜ਼ ਨਹੀਂ ਕਰਨਾ। ਅਪੋਸਟ੍ਰੋਫੀ ਐਸ ਆਪਾਂ ਪੀਪਲ ਜਾਂ ਫਿਰ ਐਨੀਮਲ ਦੇ ਨਾਲ ਕਰਨੀ ਹੈ।
ਇਹ ਚੀਜ਼ ਤੁਸੀਂ ਨੇ ਸਮਝਣਾ ਹੈ। ਹਾਂ ਐਨੀਮਲ ਦੇ ਨਾਲ ਜਾਂ ਪੀਪਲ ਦੇ ਨਾਲ ਇਹਨਾਂ ਤੋਂ ਇਲਾਵਾ ਵੀ ਕਿਸੇ ਹੋਰ ਚੀਜ਼ ਦੀ ਥਾਂ ਤੇ ਵੀ ਆਪਾਂ ਕਰ ਸਕਦੇ ਹਾਂ, ਉਹ ਆਪਾਂ ਅੱਗੇ ਦੇਖੋ ਤੁਹਾਨੂੰ ਦੱਸਾਂਗੇ। ਫਿਲਹਾਲ ਇਹ ਚੀਜ਼ ਯਾਦ ਰੱਖਣੀ ਹੈ ਥਿੰਗਸ ਦੇ ਨਾਲ, ਹੈ ਨਾ। ਇਸ ਤਰ੍ਹਾਂ ਆਪਾਂ ਕਹਾਂਗੇ ਦ ਟੈਂਪਰੇਚਰ ਆਫ ਦਾ ਵਾਟਰ, ਵਾਟਰਜ਼ ਟੈਂਪਰੇਚਰ ਨਹੀਂ ਕਹਿਣਾ। ਇਸੇ ਤਰ੍ਹਾਂ ਦ ਨੇਮ ਆਫ ਦਾ ਬੁੱਕ, ਬੁੱਕਸ ਨੇਮ ਨਹੀਂ ਕਹਿਣਾ, ਬੁੱਕਸ ਨੇਮ ਨਹੀਂ ਕਹਿਣਾ, ਬੁੱਕ ਪਾ ਕੇ ਅਪੋਸਟ੍ਰੋਫੀ ਐਸ ਨਹੀਂ, ਬੁੱਕਸ ਨੇਮ ਨਹੀਂ, ਦ ਨੇਮ ਆਫ ਦਾ ਬੁੱਕ। ਇਸੇ ਤਰ੍ਹਾਂ ਦ ਓਨਰ ਆਫ ਦ ਰੈਸਟੋਰੈਂਟ। ਹੁਣ ਦੇਖੋ ਇੱਥੇ ਗੱਲ ਹੋ ਰਹੀ ਹੈ ਰੈਸਟੋਰੈਂਟ ਦੀ, ਵੀ ਰੈਸਟੋਰੈਂਟ ਦਾ ਓਨਰ, ਆਪਾਂ ਰੈਸਟੋਰੈਂਟ ਅਪੋਸਟ੍ਰੋਫੀ ਐਸ ਨਹੀਂ ਪਾਉਣਾ, ਰੈਸਟੋਰੈਂਟਸ ਓਨਰ ਨਹੀਂ, ਦ ਓਨਰ ਆਫ ਦ ਰੈਸਟੋਰੈਂਟ। ਇਹ ਚੀਜ਼ ਤੁਸੀਂ ਨੇ ਸਮਝਣੀ ਹੈ। ਬਟ ਅਗਲਾ ਪੁਆਇੰਟ ਵੀ ਨਾਲ ਦੇਖੋ, ਸਮਟਾਈਮਸ ਦ ਸਟਰਕਚਰ ਨਾउन ਪਲੱਸ ਨਾउन ਇਜ਼ ਪੋਸੀਬਲ। ਹਾਂ ਕਈ ਵਾਰ ਨਾउन ਪਲੱਸ ਨਾउन ਵੀ ਪੋਸੀਬਲ ਹੋ ਸਕਦਾ ਹੈ, ਆਪਾਂ ਪਿਛਲੀ ਯੂਨਿਟ ਦੇ ਵਿੱਚ ਕੀਤਾ ਹੈ। ਮਤਲਬ ਕਿ ਆਪਾਂ ਕਹਿ ਰਹੇ ਹਾਂ ਦ ਟੈਂਪਰੇਚਰ ਆਫ ਦਾ ਵਾਟਰ, ਬਟ ਇਸ ਨੂੰ ਆਪਾਂ ਇਸ ਤਰ੍ਹਾਂ ਵੀ ਬੋਲ ਸਕਦੇ ਹਾਂ ਦ ਵਾਟਰ ਟੈਂਪਰੇਚਰ, ਇਕੱਠੇ ਦੋ ਨਾउन, ਵਾਟਰ ਟੈਂਪਰੇਚਰ ਇਕੱਠੇ ਦੋ ਨਾउन, ਵਾਟਰ ਟੈਂਪਰੇਚਰ, ਇਹਦਾ ਮਤਲਬ ਇੱਕ ਹੈ ਦ ਟੈਂਪਰੇਚਰ ਆਫ ਦਾ ਵਾਟਰ, ਵਾਟਰ ਟੈਂਪਰੇਚਰ, ਇੱਕੋ ਗੱਲ ਬਾਤ ਹੈ। ਦ ਰੈਸਟੋਰੈਂਟ ਓਨਰ, ਦ ਓਨਰ ਆਫ ਦਾ ਰੈਸਟੋਰੈਂਟ ਵੀ ਠੀਕ ਹੈ, ਦ ਰੈਸਟੋਰੈਂਟ ਓਨਰ ਇਹ ਵੀ ਠੀਕ ਹੈ, ਬਟ ਇੱਥੇ ਆਪਾਂ ਦ ਰੈਸਟੋਰੈਂਟ ਓਨਰ ਬੋਲਣਾ ਹੈ, ਰੈਸਟੋਰੈਂਟ ਅਪੋਸਟ੍ਰੋਫੀ ਐਸ ਪਾ ਕੇ ਓਨਰ ਨਹੀਂ ਕਰਨਾ। ਇਸੇ ਤਰ੍ਹਾਂ ਇੱਥੇ ਵਾਟਰ ਟੈਂਪਰੇਚਰ ਲਿਖਣਾ ਇਕੱਲਾ, ਦ ਵਾਟਰ ਟੈਂਪਰੇਚਰ, ਵਾਟਰ ਅਪੋਸਟ੍ਰੋਫੀ ਐਸ ਪਾ ਕੇ ਨਹੀਂ ਲਿਖਣਾ, ਵਾਟਰਜ਼ ਟੈਂਪਰੇਚਰ ਨਹੀਂ ਲਿਖਣਾ। ਅਗਲਾ ਪੁਆਇੰਟ ਦੇਖੋ, ਵੀ ਸੇ, ਇਸ ਤੋਂ ਇਲਾਵਾ ਆ ਕੁਝ ਕੁ ਚੀਜ਼ਾਂ ਨੇ, ਇਹਨਾਂ ਤੁਸੀਂ ਰੱਟੇ ਵਾਂਗੂ ਹੀ ਲਗਾ ਲੈਣੇ, ਬਸ ਯਾਦ ਹੀ ਕਰ ਲੈਣਾ ਐਜ਼ ਇਟ ਇਸ ਤਰ੍ਹਾਂ ਹੀ ਲਿਖੀਆਂ ਜਾਂਦੀਆਂ ਨੇ। ਜਿਸ ਤਰ੍ਹਾਂ ਦੇਖੋ ਦ ਬਿਗਨਿੰਗ ਐਂਡ ਜਾਂ ਫਿਰ ਮਿਡਲ ਆਫ, ਮਤਲਬ ਕਿ ਜੇਕਰ ਆਪਣੇ ਕੋਲ ਹੈਗਾ ਦ ਬਿਗਨਿੰਗ ਆਫ, ਜੇ ਬਿਗਨਿੰਗ ਹੈ ਦ ਬਿਗਨਿੰਗ ਆਫ, ਦ ਐਂਡ ਆਫ, ਦ ਮਿਡਲ ਆਫ, ਅੱਗੇ ਕੋਈ ਵੀ ਚੀਜ਼ ਹੋ ਸਕਦੀ ਹੈ, ਦ ਬਿਗਨਿੰਗ ਆਫ ਦ ਫਿਲਮ, ਦ ਐਂਡ ਆਫ ਦ ਫਿਲਮ, ਦ ਮਿਡਲ ਆਫ ਦ ਫਿਲਮ, ਜਾਂ ਫਿਰ ਬੁੱਕ ਹੋ ਸਕਦੀ ਹੈ ਦ ਐਂਡ ਆਫ ਦ ਬੁੱਕ, ਦ ਮਿਡਲ ਆਫ ਦ ਬੁੱਕ, ਦ ਬਿਗਨਿੰਗ ਆਫ ਦ ਬੁੱਕ, ਕੁਛ ਵੀ। ਤਾਂ ਇਹ ਚੀਜ਼ਾਂ ਤੁਸੀਂ ਨੇ ਆਫ ਦੇ ਨਾਲ ਹੀ ਕਰਨੀਆਂ ਨੇ। ਇਸ ਤੋਂ ਇਲਾਵਾ ਦ ਟੌਪ, ਦ ਬੋਟਮ, ਇਸ ਨਾਲ ਵੀ ਆਫ ਲਾਉਣਾ ਹੈ, ਦ ਬੋਟਮ, ਠੀਕ ਹੈ, ਦ ਟੌਪ ਆਫ ਦ ਹਿੱਲ, ਦ ਬੋਟਮ ਆਫ ਦਾ ਕੋਈ ਚੀਜ਼ ਹੋ ਸਕਦੀ ਹੈ, ਇਹਨਾਂ ਨਾਲ ਵੀ ਆਫ ਨਾਲ ਕਹਿਣਾ ਹੈ, ਇਹਨਾਂ ਨਾਲ ਅਪੋਸਟ੍ਰੋਫੀ ਦਾ ਯੂਜ਼ ਨਹੀਂ ਕਰਨਾ। ਇਸੇ ਤਰ੍ਹਾਂ ਦ ਫਰੰਟ ਆਫ, ਦ ਸਾਈਡ ਆਫ, ਦ ਬੈਕ ਆਫ, ਦ ਬੈਕ ਆਫ ਦ ਯਾਰਡ, ਠੀਕ ਹੈ, ਦ ਫਰੰਟ ਆਫ ਦ ਬਾਲ, ਦ ਸਾਈਡ ਆਫ ਦ ਡੋਰ, ਕੁਛ ਵੀ, ਮਤਲਬ ਇਹਨਾਂ ਨਾਲ ਆਫ ਦਾ ਯੂਜ਼ ਕਰਨਾ। ਇਹ ਚੀਜ਼ ਤਾਂ ਤੁਸੀਂ ਯਾਦ ਹੀ ਕਰਨੀ ਹੈ, ਇਹ ਚੀਜ਼ ਤਾਂ ਯਾਦ ਹੀ ਰੱਖਣੀ ਹੈ ਤੁਸੀਂ, ਅਪੋਸਟ੍ਰੋਫੀ ਨਹੀਂ ਲਾਉਣਾ। ਦੇਖੋ ਜਿਸ ਤਰ੍ਹਾਂ ਇੱਥੇ ਐਗਜ਼ਾਮਪਲ ਵੀ ਹੈ ਦ ਬਿਗਨਿੰਗ ਆਫ ਦ ਮੰਥ, ਠੀਕ ਹੈ, ਨॉट ਮੰਥਸ ਬਿਗਨਿੰਗ, ਮੰਥਸ ਬਿਗਨਿੰਗ ਨਹੀਂ ਕਹਿਣਾ, ਦ ਬਿਗਨਿੰਗ ਆਫ ਦ ਮੰਥ, ਕਿਉਂਕਿ ਬਿਗਨਿੰਗ ਆ ਗਿਆ, ਦ ਬਿਗਨਿੰਗ ਆਫ ਦ ਮੰਥ, ਦ ਐਂਡ ਆਫ ਦ ਮੰਥ, ਦ ਮਿਡਲ ਆਫ ਦ ਮੰਥ, ਠੀਕ ਹੈ। ਇਸ ਤਰ੍ਹਾਂ ਦ ਟੌਪ ਆਫ ਦ ਹਿੱਲ, ਦ ਬੋਟਮ ਆਫ ਦ ਹਿੱਲ, ਜਾਂ ਫਿਰ ਦ ਬੈਕ ਆਫ ਦ ਕਾਰ, ਦ ਸਾਈਡ ਆਫ ਦ ਕਾਰ, ਦ ਫਰੰਟ ਆਫ ਦ ਕਾਰ, ਇਹ ਇਸ ਤਰ੍ਹਾਂ ਹੀ ਲਿਖਣੇ ਨੇ। ਆ ਜਾਓ ਹੁਣ ਅੱਗੇ ਫੋਰਥ ਪੁਆਇੰਟ, ਯੂ ਕੈਨ ਯੂਜ਼ਅਲੀ ਯੂਜ਼, ਤੁਸੀਂ ਅਕਸਰ ਯੂਜ਼ ਕਰ ਸਕਦੇ ਹੋ ਅਪੋਸਟ੍ਰੋਫੀ ਐਸ ਜਾਂ ਫਿਰ ਆਫ, ਦੋਵਾਂ ਵਿੱਚੋਂ ਕੋਈ ਵੀ। ਬੇਸ਼ੱਕ ਅਪੋਸਟ੍ਰੋਫੀ ਐਸ ਯੂਜ਼ ਕਰ ਲਓ, ਬੇਸ਼ੱਕ ਆਫ ਦੇ ਨਾਲ ਬਣਾ ਲਓ। ਮਤਲਬ ਕਿਸ ਤਰ੍ਹਾਂ, ਜਿਸ ਤਰ੍ਹਾਂ ਮੰਨ ਲਓ ਮੈਂ ਵੈਸੀ ਐਗਜ਼ਾਮਪਲ ਦੇ ਰਿਹਾ, ਆਪਾਂ ਕਹਿੰਦੇ ਹਾਂ ਟੌਮਜ਼ ਹਾਊਸ, ਜਾਂ ਫਿਰ ਆਪਾਂ ਕਹੀਏ ਦ ਹਾਊਸ ਆਫ ਟੌਮ, ਮਤਲਬ ਇਸ ਤਰ੍ਹਾਂ ਵੀ ਦੋਨਾਂ ਚੀਜ਼ਾਂ ਨਾਲ ਯੂਜ਼ ਹੋ ਗਿਆ, ਬਟ ਟੌਮਜ਼ ਹਾਊਸ ਹੀ ਆਏਗਾ ਇੱਥੇ, ਇੱਥੇ ਆਫ ਦਾ ਯੂਜ਼ ਨਹੀਂ ਹੋ ਗਿਆ। ਤਾਂ ਵੈਸੇ ਮੈਂ ਤੁਹਾਨੂੰ ਦੱਸਿਆ ਐਗਜ਼ਾਮਪਲ, ਤਾਂ ਅਪੋਸਟ੍ਰੋਫੀ ਐਸ ਵੀ ਕਰ ਸਕਦੇ ਹਾਂ, ਆਫ ਦਾ ਯੂਜ਼ ਵੀ ਕਰ ਸਕਦੇ ਹਾਂ, ਕਿੰਨਾ ਕਿੰਨਾ ਚੀਜ਼ਾਂ ਨਾਲ। ਫॉर ਐਨ ਆਰਗੇਨਾਈਜੇਸ਼ਨ, ਜੇਕਰ ਆਰਗੇਨਾਈਜੇਸ਼ਨ ਦੀ ਗੱਲ ਕਰੀਏ ਜਾਂ ਫਿਰ ਕਹਿ ਲਓ ਅ ਗਰੁੱਪ ਆਫ ਪੀਪਲ ਦੀ ਗੱਲ ਕਰੀਏ, ਤਾਂ ਉੱਥੇ ਆਪਾਂ ਅਪੋਸਟ੍ਰੋਫੀ ਐਸ ਨਾਲ ਵੀ ਕਹਿ ਸਕਦੇ ਹਾਂ, ਆਫ ਨਾਲ ਵੀ। ਜਿਸ ਤਰ੍ਹਾਂ ਦੇਖੋ ਦ ਕੰਪਨੀ, ਕੰਪਨੀ ਕੀ ਹੋ ਗਿਆ, ਇੱਕ ਆਰਗੇਨਾਈਜੇਸ਼ਨ ਹੋ ਗਈ, ਸੰਸਥਾ ਹੋ ਗਈ, ਗਰੁੱਪ ਆਫ ਪੀਪਲ ਹੋ ਗਿਆ, ਤਾਂ ਆਪਾਂ ਕਹਿ ਸਕਦੇ ਹਾਂ ਦ ਕੰਪਨੀ ਅਪੋਸਟ੍ਰੋਫੀ ਐਸ ਸਕਸੈਸ, ਦ ਕੰਪਨੀਜ਼ ਸਕਸੈਸ, ਕੰਪਨੀ ਦੀ ਸਫਲਤਾ, ਜਾਂ ਫਿਰ ਇਹਨੂੰ ਆਫ ਨਾਲ ਕਹਿ ਲਓ ਦ ਸਕਸੈਸ ਆਫ ਦ ਕੰਪਨੀ, ਦੋਨਾਂ ਦਾ ਮਤਲਬ ਇੱਕ ਹੈ, ਦ ਸਕਸੈਸ ਆਫ ਦ ਕੰਪਨੀ, ਦ ਕੰਪਨੀਜ਼ ਸਕਸੈਸ। ਇਸ ਤਰ੍ਹਾਂ ਗਵਰਨਮੈਂਟ ਹੈ, ਗਵਰਨਮੈਂਟ, ਦ ਗਵਰਨਮੈਂਟਜ਼ ਡਿਸੀਜ਼ਨ, ਗਵਰਨਮੈਂਟ ਦਾ ਡਿਸੀਜ਼ਨ, ਜਾਂ ਫਿਰ ਕਹਿ ਲਓ ਦ ਡਿਸੀਜ਼ਨ ਆਫ ਦ ਗਵਰਨਮੈਂਟ, ਦੋਨੋਂ ਹੀ ਬਿਲਕੁਲ ਈਜ਼ੀ ਨੇ। ਮੈਂ ਉਮੀਦ ਕਰਦਾ ਕਿ ਤੁਹਾਨੂੰ ਜਿਹੜੀ ਸਮਝ ਆ ਰਹੀ ਹੈ, ਆਪਾਂ ਥੋੜਾ ਜਿਹਾ ਰਹਿ ਗਿਆ ਬਸ ਆਪਣਾ, ਹੈ ਨਾ, ਮੈਨੂੰ ਉਮੀਦ ਹੈ ਸਮਝ ਆ ਰਹੀ ਹੈ। ਦੁਬਾਰਾ ਵੀ ਸੁਣ ਲਿਓ ਜੇਕਰ, ਕਿਉਂਕਿ ਮੈਂ ਇੱਕ ਤਾਂ ਥੋੜਾ ਜਲਦਬਾਜ਼ੀ ਦੇ ਵਿੱਚ ਬੋਲ ਰਿਹਾ, ਵੀਡੀਓ ਥੋੜੀ ਇਹ ਲੰਬੀ ਬਣਨ ਜਾ ਰਹੀ ਹੈ, ਔਰ ਦੂਸਰਾ ਮੈਂ ਥੋੜਾ ਜਿਹਾ ਬਾਹਰੋਂ ਥੋੜਾ ਦੌੜ ਕੇ ਆਇਆ ਸੀ, ਤਾਂ ਕਰਕੇ ਮੇਰਾ ਸਾਹ ਵੀ ਤੁਹਾਨੂੰ ਥੋੜਾ ਫੁੱਲਿਆ ਜਿਹਾ ਲੱਗੇਗਾ, ਹੈ ਨਾ, ਵੀ ਥੋੜਾ ਮੈਂ ਸਾਹ ਚੜ ਰਿਹਾ ਹੈ ਨਾ। ਚਲੋ ਕੋਈ ਗੱਲ ਨਹੀਂ, ਸਮਝ ਵੈਸੇ ਆ ਰਹੀ ਹੈ ਤੁਹਾਨੂੰ, ਮੈਨੂੰ ਪਤਾ ਹੈ। ਅਗਲਾ ਦੇਖੋ, ਅਗਲਾ ਪੁਆਇੰਟ, ਇਟ ਇਜ਼ ਆਲਸੋ ਪੋਸੀਬਲ ਟੂ ਯੂਜ਼ ਅਪੋਸਟ੍ਰੋਫੀ ਐਸ, ਹੋਰ ਕਿਸੇ ਜਗ੍ਹਾ ਤੇ ਅਪੋਸਟ੍ਰੋਫੀ ਐਸ ਜਿਹੜਾ ਯੂਜ਼ ਹੋ ਸਕਦਾ ਹੈ ਫॉर ਪਲੇਸਿਸ, ਜਗ੍ਹਾ ਦੇ ਲਈ। ਪਲੇਸਿਸ ਜਿਸ ਤਰ੍ਹਾਂ ਦ ਸਿਟੀਜ਼ ਸਟਰੀਟ, ਹੈ ਨਾ, ਸ਼ਹਿਰ ਦੀ ਗਲੀ,
ਜਾਂ ਫਿਰ ਸ਼ਹਿਰ ਦੀਆਂ ਗਲੀਆਂ, ਦ ਸਿਟੀਜ਼ ਸਟਰੀਟਸ ਆ ਸਕਦਾ ਹੈ, ਸ਼ਹਿਰ ਦੀਆਂ ਗਲੀਆਂ, ਜਾਂ ਫਿਰ ਦ ਵਰਲਡਸ ਪੋਪੂਲੇਸ਼ਨ, ਸੰਸਾਰ ਦੀ ਪੋਪੂਲੇਸ਼ਨ, ਇਹ ਆਪਾਂ ਆਮ ਯੂਜ਼ ਕਰਦੇ ਇਹਨਾਂ ਨਾਲ ਅਪੋਸਟ੍ਰੋਫੀ, ਦ ਵਰਲਡਸ ਪੋਪੂਲੇਸ਼ਨ, ਜਾਂ ਫਿਰ ਇੰਡੀਆਜ਼ ਪ੍ਰਾਈਮ ਮਿਨਿਸਟਰ, ਇੰਡੀਆਜ਼ ਪ੍ਰਾਈਮ ਮਿਨਿਸਟਰ ਹੈ ਨਾ, ਇੰਡੀਆਜ਼, ਜਾਂ ਫਿਰ ਆਪਾਂ ਕਹਿ ਲਿਆ ਆਪਣਾ ਪੰਜਾਬ's ਚੀਫ ਮਿਨਿਸਟਰ, ਮਤਲਬ ਇਸ ਤਰ੍ਹਾਂ ਸਟੇਟ ਦੇ ਕਹਿ ਸਕਦੇ ਹਾਂ ਜਾਂ ਫਿਰ ਕਿਸੇ ਦੇਸ਼ ਦਾ ਕਹਿ ਸਕਦੇ ਹਾਂ, ਅਪੋਸਟ੍ਰੋਫੀ ਐਸ ਆ ਜਿਹੜਾ ਉਹ ਲਗਾ ਸਕਦੇ ਹਾਂ, ਇੰਡੀਆਜ਼ ਹੋਮ ਮਿਨਿਸਟਰ ਕਹਿ ਸਕਦੇ ਹਾਂ। ਤਾਂ ਇਹਨਾਂ ਨਾਲ ਵੀ ਆਪਾਂ ਅਪੋਸਟ੍ਰੋਫੀ ਇਸ ਤਰ੍ਹਾਂ ਪਲੇਸਿਸ ਨਾਲ ਯੂਜ਼ ਕਰ ਸਕਦੇ ਹਾਂ। ਹੁਣ ਦੇਖੋ ਲਾਸਟ ਪੁਆਇੰਟ, ਇਹ ਥੋੜਾ ਜਿਹਾ ਸਮਝਣਾ ਬਿਲਕੁਲ ਈਜ਼ੀ ਹੈ। ਯੂ ਕੈਨ ਆਲਸੋ ਯੂਜ਼ ਅਪੋਸਟ੍ਰੋਫੀ ਐਸ। ਹੁਣ ਤੁਸੀਂ ਅਪੋਸਟ੍ਰੋਫੀ ਐਸ ਦਾ ਹੋਰ ਕਿੱਥੇ ਯੂਜ਼ ਕਰ ਸਕਦੇ ਹੋ? ਵਿਦ ਟਾਈਮ ਵਰਡਸ, ਟਾਈਮ ਵਰਡਸ ਦੇ ਨਾਲ। ਟਾਈਮ ਵਰਡਸ ਕਿਸ ਤਰ੍ਹਾਂ? ਯੈਸਟਰਡੇ, ਨੈਕਸਟ ਵੀਕ, ਲਾਸਟ ਵੀਕ, ਟਮੋਰੋ, ਟੂਡੇ, ਇਹਨਾਂ ਦੇ ਨਾਲ ਆਪਾਂ ਅਪੋਸਟ੍ਰੋਫੀ ਐਸ ਦਾ ਯੂਜ਼ ਕਰ ਸਕਦੇ ਹਾਂ। ਜਿਸ ਤਰ੍ਹਾਂ ਦਿਸ ਮੰਥ, ਲਾਸਟ ਮੰਥ ਹੈ ਨਾ, ਨੈਕਸਟ ਮੰਥ, ਆਪਾਂ ਇਹਨਾਂ ਦੇ ਨਾਲ ਅਪੋਸਟ੍ਰੋਫੀ ਐਸ ਦਾ ਯੂਜ਼ ਕਰ ਸਕਦੇ ਹਾਂ। ਦੇਖੋ ਕਿਸ ਤਰ੍ਹਾਂ, ਡੂ ਯੂ ਸਟਿਲ ਹੈਵ ਯੈਸਟਰਡੇਜ਼ ਨਿਊਜ਼ਪੇਪਰ? ਕੀ ਤੁਹਾਡੇ ਲਵੇ ਹਜੇ ਵੀ ਕੱਲ ਦਾ ਅਖਬਾਰ ਹੈਗਾ, ਯੈਸਟਰਡੇਜ਼ ਨਿਊਜ਼ਪੇਪਰ। ਜਾਂ ਫਿਰ ਨੈਕਸਟ ਵੀਕਸ ਮੀਟਿੰਗ, ਅਗਲੇ ਮਤਲਬ ਅਗਲੇ ਹਫਤੇ ਦੀ ਮੀਟਿੰਗ ਹੈਜ਼ ਬੀਨ ਕੈਂਸਲਡ ਹੋ ਚੁੱਕੀ ਹੈ, ਅਗਲੇ ਮਹੀਨੇ ਦੀ ਵੀ ਹੋ ਸਕਦੀ ਹੈ ਨਾ। ਤਾਂ ਉੱਥੇ ਆਪਾਂ ਅਪੋਸਟ੍ਰੋਫੀ ਐਸ ਦਾ ਜਿਹੜਾ ਯੂਜ਼ ਹੈ ਉਹ ਤੁਸੀਂ ਕਰ ਸਕਦੇ ਹੋ, ਠੀਕ ਹੈ। ਬਟ ਇਸ ਦੇ ਵਿੱਚ ਤੇ ਇਹਦੇ ਵਿੱਚ ਫਰਕ ਹੈ। ਇਸ ਦੇ ਵਿੱਚ ਹਾਂ, ਜੇਕਰ ਇਸ ਤਰ੍ਹਾਂ ਆਉਂਦਾ ਹੈ, ਜੇਕਰ ਸਿੰਪਲ ਆਉਂਦਾ ਹੈ ਯੈਸਟਰਡੇਜ਼ ਨਿਊਜ਼ਪੇਪਰ ਤਾਂ ਠੀਕ ਹੈ। ਜੇਕਰ ਇਸ ਤਰ੍ਹਾਂ ਆਉਂਦਾ ਹੈ ਦ ਬਿਗਨਿੰਗ ਆਫ ਦ ਵੀਕ, ਤਬ ਤਾਂ ਆਫ ਨਾਲ, ਦ ਬਿਗਨਿੰਗ ਆਫ ਦ ਵੀਕ, ਦ ਐਂਡ ਆਫ ਦ ਵੀਕ, ਜਾਂ ਫਿਰ ਮੰਥ ਹੈ ਦ ਮਿਡਲ ਆਫ ਦ ਮੰਥ, ਦ ਐਂਡ ਆਫ ਦ ਮੰਥ। ਪਰ ਜੇਕਰ ਸਿੰਪਲ ਆਉਂਦਾ ਹੈ ਵੀ ਅਗਲੇ ਮਹੀਨੇ ਹੈ ਨਾ, ਅਗਲੇ ਮਹੀਨੇ ਦਾ ਕੁਛ ਵੀ ਅੱਗੇ, ਅਗਲੇ ਮਹੀਨੇ ਦਾ, ਅਗਲੇ ਮਹੀਨੇ ਦੀ ਮੀਟਿੰਗ, ਤਾਂ ਨੈਕਸਟ ਮੰਥ ਅਪੋਸਟ੍ਰੋਫੀ ਐਸ ਆਏਗਾ। ਫਿਰ ਜੇਕਰ ਇਹਨਾਂ 'ਚ ਆਉਂਦਾ ਫਿਰ ਤੁਸੀਂ ਦ ਟੌਪ ਆਫ ਹੈ ਨਾ, ਤਾਂ ਕੋਈ ਚੀਜ਼ ਹੈ ਤਾਂ ਇਹਨਾਂ ਦਾ ਯੂਜ਼ ਕਰਨਾ ਤੁਸੀਂ ਨੇ। ਆਈ ਹੋਪ ਕਿ ਸਮਝ ਗਏ। ਇਸੇ ਤਰ੍ਹਾਂ ਅਗਲਾ ਇਨ ਦਾ ਸੇਮ, ਇਹ ਦੇਖੋ ਐਗਜ਼ਾਮਪਲ ਤੁਸੀਂ ਨੇ ਪੜ੍ਹ ਲਈ, ਠੀਕ ਹੈ। ਇਨ ਦਾ ਸੇਮ ਵੇ ਯੂ ਕੈਨ ਸੇ ਟੂਡੇਜ਼। ਇਸੇ ਤਰ੍ਹਾਂ ਦੇਖੋ ਤੁਸੀਂ ਕਹਿ ਸਕਦੇ ਹੋ ਟੂਡੇਜ਼, ਅੱਜ ਦਾ, ਟੂਡੇਜ਼ ਨਿਊਜ਼ਪੇਪਰ, ਟਮੋਰੋਜ਼ ਨਿਊਜ਼ਪੇਪਰ, ਦਿਸ ਈਵਨਿੰਗਸ ਮੀਟਿੰਗ, ਜਾਂ ਫਿਰ ਮੰਡੇਜ਼ ਮੀਟਿੰਗ, ਨੈਕਸਟ ਮੰਥਸ ਮੀਟਿੰਗ, ਲਾਸਟ ਮੰਥਸ ਮੀਟਿੰਗ। ਤਾਂ ਉੱਥੇ ਤੁਸੀਂ ਇਸ ਤਰ੍ਹਾਂ ਲਿਖ ਸਕਦੇ ਹੋ। ਬਟ ਜੇਕਰ ਆ ਗਿਆ ਦ ਬਿਗਨਿੰਗ ਫਿਰ ਆਫ, ਦ ਬਿਗਨਿੰਗ ਆਫ ਦ ਮੰਥ, ਦ ਬਿਗਨਿੰਗ ਆਫ ਦ ਵੀਕ, ਤਾਂ ਇਸ ਤਰ੍ਹਾਂ ਚੱਲਣਾ ਹੈ। ਸੋ ਦੇਖੋ ਲਗਭਗ 50% ਤੁਹਾਨੂੰ ਇਹਦੇ ਬਾਰੇ ਪਤਾ ਸੀਗਾ। 50% ਕੁਝ ਕੁ ਜਿਹੜੀਆਂ ਗੱਲਾਂ ਨੇ ਉਹ ਤੁਸੀਂ ਨੇ ਨੋਟ ਆ ਜਿਹੜੀ ਉਹ ਕਰ ਲੈਣੀਆਂ ਨੇ। ਬਿਲਕੁਲ ਹੀ ਈਜ਼ੀ ਹੈ, ਸਾਰੇ ਹੀ ਜਿਹੜੇ ਰੂਲਸ ਨੇ ਆਪਣੀ ਨੋਟਬੁੱਕ ਦੇ ਉੱਪਰ ਚੰਗੀ ਤਰ੍ਹਾਂ ਲਿਖ ਲੈਣੇ ਨੇ। ਐਂਡ ਹੁਣ ਅੱਗੇ ਆਪਣੀ ਇਸ ਯੂਨਿਟ ਦੀ ਜਿਹੜੀ ਫਸਟ ਐਕਸਰਸਾਈਜ਼ ਹੈ ਦੇਖੋ ਉਹ ਆਪਾਂ ਕਰਦੇ ਹਾਂ। ਇਸ ਐਕਸਰਸਾਈਜ਼ ਦੇ ਵਿੱਚ ਕਰਨਾ ਕੀ ਹੈ ਦੇਖੋ, in some of these sentences it would be more natural to use apostrophe s ਜਾਂ ਫਿਰ apostrophe, change the underlined part where necessary। ਦੇਖੋ ਪੰਜਾਬੀ ਦੇ ਵਿੱਚ ਸਮਝੋ, ਆਪਾਂ ਨੂੰ ਇਹ ਸੈਂਟੈਂਸ ਦਿੱਤੇ ਗਏ ਨੇ, ਹਰ ਇੱਕ ਸੈਂਟੈਂਸ ਦੇ ਵਿੱਚ ਇਹਨਾਂ ਨੇ ਸੈਂਟੈਂਸ ਦਾ ਕੁਝ ਕੁ ਜਿਹੜਾ ਹਿੱਸਾ ਹੈ ਉਹ ਅੰਡਰਲਾਈਨ ਕੀਤਾ ਗਿਆ, ਮਤਲਬ ਕੁਝ ਕੁ ਜਿਹੜੇ ਸ਼ਬਦ ਨੇ ਅੰਡਰਲਾਈਨ ਕੀਤੇ ਗਏ ਨੇ। ਹੁਣ ਆਪਾਂ ਨੇ ਇਹ ਦੇਖਣਾ ਹੈ ਕਿ ਜਿਹੜੇ ਸ਼ਬਦ ਅੰਡਰਲਾਈਨ ਕੀਤੇ ਗਏ ਨੇ ਉਹ ਸਹੀ ਨੇ ਜਾਂ ਗਲਤ ਨੇ, ਕਿਉਂਕਿ ਇਹਨਾਂ ਨੇ ਕਿਹਾ ਕਿ ਇਟ ਵੁੱਡ ਬੀ ਮੋਰ ਨੈਚੁਰਲ ਟੂ ਯੂਜ਼ ਅਪੋਸਟ੍ਰੋਫੀ ਐਸ ਜਾਂ ਫਿਰ ਅਪੋਸਟ੍ਰੋਫੀ, ਕਿਉਂਕਿ ਹੋ ਸਕਦਾ ਹੈ ਇਹਨਾਂ ਨੇ ਜਿਹੜਾ ਅੰਡਰਲਾਈਨ ਕੀਤਾ ਗਿਆ ਪਾਰਟ ਹੈ ਸੈਂਟੈਂਸ ਦਾ ਉਹ ਇਹਨਾਂ ਨੇ ਆਫ ਦੇ ਨਾਲ ਬਣਾ ਰੱਖਿਆ ਹੋਵੇ। ਜਿਸ ਤਰ੍ਹਾਂ ਆਪਾਂ ਕਹੀਏ ਬੁੱਕ ਆਫ ਰਾਮ, ਬਟ ਬੁੱਕ ਆਫ ਰਾਮ ਨਹੀਂ ਆਏਗਾ, ਰਾਮਜ਼ ਬੁੱਕ, ਕਿਉਂਕਿ ਆਪਾਂ ਐਨੀਮਲ ਜਾਂ ਫਿਰ ਪੀਪਲ ਉਹਨਾਂ ਦੇ ਨਾਲ ਆਪਾਂ ਅਪੋਸਟ੍ਰੋਫੀ ਦਾ ਯੂਜ਼ ਕਰਦੇ ਹਾਂ। ਅਪੋਸਟ੍ਰੋਫੀ ਐਸ ਜੇਕਰ ਪਲੂਰਲ ਹੈ ਨਾਉਨ ਉਹ ਤੁਸੀਂ ਨੇ ਕੀਤੇ ਨੇ ਹਨਾ, ਆਪਣੇ ਜਿਹੜੇ ਰੂਲਸ ਨੇ, ਫਿਰ ਕੱਲੀ ਅਪੋਸਟ੍ਰੋਫੀ। ਤਾਂ ਆਪਾਂ ਨੇ ਜੇਕਰ ਆਪਾਂ ਨੂੰ ਲੱਗਦਾ ਕਿ ਕਿਤੇ ਅਪੋਸਟ੍ਰੋਫੀ ਆਏਗਾ ਤਾਂ ਉੱਥੇ ਆਪਾਂ ਅਪੋਸਟ੍ਰੋਫੀ ਦਾ ਯੂਜ਼ ਕਰਨਾ ਹੈ। ਅਪੋਸਟ੍ਰੋਫੀ ਐਸ ਜਾਂ ਫਿਰ ਕੱਲਾ ਅਪੋਸਟ੍ਰੋਫੀ ਵੀ ਹੋ ਸਕਦਾ ਹੈ। ਸੋ ਦੇਖੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖੋ ਹੂ ਇਜ਼, ਆਪਾਂ ਨੇ ਦੇਖਣਾ ਕਿ ਅੰਡਰਲਾਈਨਡ ਪਾਰਟ ਦੇਖੋ, ਹੂ ਇਜ਼ ਦ ਓਨਰ ਆਫ ਦਿਸ ਰੈਸਟੋਰੈਂਟ, ਇਸ ਰੈਸਟੋਰੈਂਟ ਦਾ ਓਨਰ ਕੌਣ ਹੈ। ਹੁਣ ਦੇਖੋ ਇਹਨਾਂ ਨੇ ਕਿਹਾ ਦ ਓਨਰ ਆਫ ਦਿਸ ਰੈਸਟੋਰੈਂਟ, ਆਫ ਦੇ ਨਾਲ ਬਣਾਇਆ ਹੈ, ਮਤਲਬ ਕਿ ਅਪੋਸਟ੍ਰੋਫੀ ਐਸ ਨਾਲ ਨਹੀਂ ਬਣਾਇਆ। ਬਟ ਜੇਕਰ ਆਪਾਂ ਦੇਖੀਏ ਇੱਥੇ ਗੱਲ ਹੋ ਰਹੀ ਹੈ ਰੈਸਟੋਰੈਂਟ ਦੇ ਮਾਲਕ ਦੀ, ਰੈਸਟੋਰੈਂਟ ਦੇ ਮਾਲਕ ਦੀ, ਮਤਲਬ ਅਪੋਸਟ੍ਰੋਫੀ ਨਾਲ ਇਸ ਤਰ੍ਹਾਂ ਆ ਜਾਣਾ ਚਾਹੀਦਾ ਸੀ ਰੈਸਟੋਰੈਂਟਸ, ਰੈਸਟੋਰੈਂਟ ਅਪੋਸਟ੍ਰੋਫੀ ਐਸ, ਰੈਸਟੋਰੈਂਟਸ ਓਨਰ। ਬਟ ਜਿਹੜਾ ਅਪੋਸਟ੍ਰੋਫੀ ਐਸ ਦਾ ਆਪਾਂ ਯੂਜ਼ ਮੈਂ ਤੁਹਾਨੂੰ ਕਿਹਾ ਕਿ ਆਪਾਂ ਜਾਂ ਤਾਂ ਪੀਪਲ ਜਾਂ ਫਿਰ ਐਨੀਮਲਸ ਦੇ ਨਾਲ ਕਰਦੇ ਹਾਂ, ਇਸ ਲਈ ਰੈਸਟੋਰੈਂਟ ਨਾਲ ਨਹੀਂ ਕਰਾਂਗੇ, ਇਸ ਲਈ ਆਫ ਨਾਲ ਬਿਲਕੁਲ ਠੀਕ ਹੈ, ਦ ਓਨਰ ਆਫ ਦਾ ਰੈਸਟੋਰੈਂਟ, ਇਸ ਨੂੰ ਆਪਾਂ ਓਕੇ ਲਿਖ ਦਿੰਦੇ। ਅਗਲਾ ਦੇਖੋ ਹਾਊ ਓਲਡ, ਹਾਊ ਓਲਡ ਆਰ
द चिल्ड्रन ऑफ क्रिस, देखो इन्होंने कहा द चिल्ड्रन ऑफ क्रिस, क्रिस दे बच्चे, मतलब कि बच्चे किस दे, क्रिस, क्रिस दे बच्चे। बट आपां पीपल ਅਤੇ एनीमल्स ਦੇ ਨਾਲ ਆਪਾਂ ਅਪੋਸਟ੍ਰੋਫੀ ਦਾ ਯੂਜ਼ ਕਰਦੇ ਹਾਂ। ਆਪਾਂ चिल्ड्रन ऑफ क्रिस नहीं कहांगे, ਆਪਾਂ ਕਹਾਂਗੇ क्रिस ਅਪੋਸਟ੍ਰੋਫੀ एस चिल्ड्रन। ਇੱਥੇ ਆਪਾਂ ਇਸ ਤਰ੍ਹਾਂ ਕਹਾਂਗੇ, ਅੰਡਰਲਾਈਨ ਵਾਲੇ ਜਿਹੜਾ ਪਾਰਟ ਹੈ ਉਸ ਦੀ ਜਗ੍ਹਾ ਤੇ क्रिस's चिल्ड्रन कहांगे। ठीक, अपना थर्ड, इन दिस द अम्ब्रेला ऑफ योर फ्रेंड, देखो इन्होंने कहा द अम्ब्रेला ऑफ योर फ्रेंड, तुहाडे फ्रेंड दी छतरी, तुहाडे फ्रेंड दी छतरी, अम्ब्रेला ऑफ योर फ्रेंड्स इन्होंने ऑफ नाल बनाया। बट इत्थे देखो योर फ्रेंड भी तुहाडे फ्रेंड दी छतरी, एक पीपल हो गया, फ्रेंड अपना कोई ऑब्वियस है, कोई अपना इंसान ही होगा, तां करके आपां इस नूं कहांगे योर फ्रेंड अपोस्ट्रोफी एस, योर फ्रेंड्स अम्ब्रेला, योर फ्रेंड्स अम्ब्रेला, इस तरह आएगा ही। अगला फोर्थ, राइट योर नेम, अपना नाम लिखो एट द टॉप ऑफ द पेज, पेज के टॉप ते। देखो द टॉप ऑफ द पेज, मैं तुहानूं कुछ कई चीज़ां लिखवाइयां सी टॉप ऑफ वालियां, ਜਾਂ ਐਟ ਦਾ ਟੌਪ ਆਫ ਹੈ ਨਾ, ਜਾਂ ਫਿਰ ਬੋਟਮ ਆਫ ਹੈ ਨਾ, ਇਸ ਤਰ੍ਹਾਂ। ਤਾਂ ਇਹਨਾਂ ਦੇ ਨਾਲ ਆਪਾਂ ਤੁਹਾਡੇ ਯਾਦ ਆ ਗਏ ਹੋਣੇ ਆਈ ਥਿੰਕ, ਇਹਨਾਂ ਦੇ ਨਾਲ ਆਪਾਂ ਆਫ ਦਾ ਹੀ ਯੂਜ਼ ਕਰਦੇ ਹਾਂ, ਬਿਲਕੁਲ ਕਰੈਕਟ ਹੈ। ਅਗਲਾ, ਆਈ ਹੈਵ ਨੈਵਰ ਮੈਟ, ਕਹਿੰਦਾ ਮੈਂ ਕਦੇ ਨਹੀਂ ਮਿਲਿਆ, ਆਈ ਹੈਵ ਨੈਵਰ ਮੈਟ ਦ ਡਾਟਰ ਆਫ ਚਾਰਲਸ, ਚਾਰਲਸ ਦੀ ਬੇਟੀ ਨੂੰ। ਦੇਖੋ ਚਾਰਲਸ ਇੱਕ ਪੀਪਲ ਹੈ, ਚਾਰਲਸ ਦੀ ਬੇਟੀ, ਇਹਦਾ ਮਤਲਬ ਆਪਾਂ ਚਾਰਲਸ, चार्लस अपोस्ट्रोफी एस, चार्लस डॉटर, ਇਹਦਾ मतलब इत्थे ਆਪਾਂ अपोस्ट्रोफी ਨਾਲ ਕਹਾਂਗੇ चार्लस डॉटर। ठीक है, अगे छेवां, हैव यू मैट द सन ऑफ हैलन एंड डैन। ਇਹ ਵੀ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਸਮਝਾਈ ਸੀ, ਆਪਾਂ ਰੂਲਸ ਦੇ ਵਿੱਚ ਕੀਤਾ ਸੀ ਕਿ ਇੱਕ ਤੋਂ ਜ਼ਿਆਦਾ ਨਾਉਨ ਹੋਣ ਤਾਂ ਵੀ ਆਪਾਂ ਅਪੋਸਟ੍ਰੋਫੀ ਦਾ ਯੂਜ਼ ਕਰ ਸਕਦੇ ਹਾਂ, ਕਿਉਂਕਿ ਇੱਥੇ ਕਿਹਾ ਗਿਆ ਹੈ ਦ ਸਨ ਆਫ ਹੈਲਨ ਐਂਡ ਡੈਨ, ਹੈਲਨ ਅਤੇ ਡੈਨ ਦਾ ਬੇਟਾ, मतलब कि हैलन ते डैन का बेटा ये इंसान ने, तां करके आप कहांगे इत्थे हैलन एंड डैन अपोस्ट्रोफी एस, डैन्स सन, इस तरह आएगा इत्थे। अगला सतवां, वी डोंट नो, सानू नहीं पता द कॉज ऑफ द प्रॉब्लम, इस प्रॉब्लम का कारण सानू नहीं पता। देखो द कॉज ऑफ द प्रॉब्लम, प्रॉब्लम का कारण, हुण जिहड़ी प्रॉब्लम है, प्रॉब्लम ना तो इंसान है ना ही कोई एनीमल है, तां करके बिल्कुल करैक्ट है, ऑफ नाल ही बनेगा अपोस्ट्रोफी नाल। प्रॉब्लम्स कॉज नहीं आएगा, प्रॉब्लम अपोस्ट्रोफी एस कॉज, इस तरह नहीं, ये बिल्कुल करैक्ट है। अठवां, डू वी स्टिल हैव द न्यूज़पेपर ऑफ लास्ट मंथ। देखो मैं तुहानूं सब तो एंड ते आपां ही कीता सी, लास्ट मंथ, लास्ट वीक, लास्ट ईयर, नैक्सट मंथ, नैक्सट वीक, इन्हां दे नाल आपां अपोस्ट्रोफी का यूज़ करते हैं। बट जेकर इस तरह हो द बिगनिंग ऑफ मंथ, फिर बिगनिंग ऑफ, फिर ऑफ के नाल फिर अपोस्ट्रोफी नहीं लगेगा, द बिगनिंग ऑफ द मंथ, द एंड ऑफ द मंथ, द एंड ऑफ द वीक, ईयर, कुछ भी, तो उत्थे आपां ऑफ दे नाल। बट इत्थे लास्ट मंथ इस दे नाल अपोस्ट्रोफी लगेगा, इसलिए इत्थे आपां कहांगे लास्ट मंथ, लास्ट मंथ्स न्यूज़पेपर, लास्ट मंथ्स न्यूज़पेपर, एक करेक्ट आएगा, लास्ट मंथ्स न्यूज़पेपर, मतलब कि डू वी स्टिल हैव लास्ट मंथ्स न्यूज़पेपर। नौवां, आई डोंट नो द वर्ड्स ऑफ दिस सॉन्ग। देखो सॉन्ग भी ना कोई एनीमल है ना कोई पीपल है, इसलिए ऑफ नाल बिल्कुल राइट है, द वर्ड्स ऑफ दिस सॉन्ग, बिल्कुल करेक्ट। अगला 10वां, व्हाट इज द कॉस्ट ऑफ अ न्यू कंप्यूटर, नवे कंप्यूटर की कॉस्ट की है। देखो ऑफ अ न्यू कंप्यूटर, कंप्यूटर भी ना कोई एनीमल है ना कोई मतलब कि पीपल है, ता करके भी कॉस्ट ऑफ अ न्यू कंप्यूटर बिल्कुल करैक्ट है। आप ये नहीं कहांगे अ न्यू कंप्यूटर्स कॉस्ट, कंप्यूटर अपोस्ट्रोफी एस ला के नहीं कहांगे। 11वां, द फ्रेंड्स ऑफ योर चिल्ड्रन आर हेयर, तुहाडे ਜਿਹੜੇ मतलब ਤੁਹਾਡੇ ਬੱਚਿਆਂ ਦੇ ਦੋਸਤ ਨੇ ਜਿਹੜੇ ਉਹ ਇੱਥੇ ਨੇ। बट देखो द फ्रेंड्स ऑफ योर चिल्ड्रन, ऑफ योर चिल्ड्रन लगाया, बट चिल्ड्रन की है, पीपल है, तां करके आप सीधा कहांगे योर चिल्ड्रन अपोस्ट्रोफी एस, योर चिल्ड्रंस फ्रेंड्स। देखो बिल्कुल ईजी है, योर चिल्ड्रंस फ्रेंड्स आर हेयर। 12वां,
द गार्डन ऑफ आवर नेबर्स इज़ वैरी नाइस। साडे ਜਿਹੜੇ ਗਵਾਂਢੀ ਨੇ ਉਹਨਾਂ ਦਾ ਗਾਰਡਨ ਬਹੁਤ ਵਧੀਆ ਹੈ। ਮੈਂ ਟਰਾਂਸਲੇਟ ਵੀ ਕਰ ਰਿਹਾ, ਉੱਪਰ ਲੈਂਦਾ ਮੈਂ ਨਹੀਂ ਕੀਤਾ, ਵੈਸੇ ਸਿੰਪਲੀ ਨੇ ਸਾਰੇ, ਤੁਹਾਨੂੰ ਆਪਣੇ ਆਪ ਪਤਾ ਚੱਲ ਰਿਹਾ ਹੈ ਨਾ। ਦੇਖੋ ਦ ਗਾਰਡਨ ਆਫ ਆਰ ਨੇਬਰਸ, ਹੁਣ ਨੇਬਰਸ ਆਪਣੇ ਗਵਾਂਢੀ ਜਿਹੜੇ ਇਨਸਾਨ ਹੀ ਹੋਣਗੇ, ਤਾਂ ਕਰਕੇ ਇਹਨਾਂ ਨੇ ਆਫ ਨਾਲ ਕਿਹਾ ਦ ਗਾਰਡਨ ਆਫ ਆਰ ਨੇਬਰਸ, ਬਟ ਆਪਾਂ ਅਪੋਸਟ੍ਰੋਫੀ ਨਾਲ ਕਹਾਂਗੇ, ਆਪਾਂ ਕਹਾਂਗੇ ਆਰ ਨੇਬਰਸ, ਕਿਉਂਕਿ ਆਪਣੇ ਗਵਾਂਢੀਆਂ ਦਾ ਗਾਰਡਨ ਕਹਿਣਾ ਆਪਾਂ ਨੇ, ਆਰ ਨੇਬਰਸ। ਹੁਣ ਦੇਖੋ ਇਹ ਪਲੂਰਲ ਹੈ ਤੇ ਐਸ ਤੋਂ ਐਂਡ ਹੋ ਰਿਹਾ। ਮੈਂ ਤੁਹਾਨੂੰ ਕਿਹਾ ਸੀ ਜੇਕਰ ਪਲੂਰਲ ਹੋਵੇ ਨਾਉਨ ਐਸ ਤੋਂ ਐਂਡ ਹੋਵੇ ਤਾਂ ਆਪਾਂ ਕੱਲਾ ਅਪੋਸਟ੍ਰੋਫੀ ਦਾ ਯੂਜ਼ ਕਰਦੇ ਹਾਂ, ਦੁਬਾਰੇ ਨਾਲ ਐਸ ਨਹੀਂ ਲਾਉਣਾ, ਇਸ ਲਈ ਆਪਾਂ ਸਿਰਫ ਕਹਾਂਗੇ ਆਰ ਨੇਬਰਸ ਗਾਰਡਨ, ਆਰ ਨੇਬਰਸ ਗਾਰਡਨ, ਓਨਲੀ ਨੇਬਰਸ ਤੋਂ ਬਾਅਦ ਅਪੋਸਟ੍ਰੋਫੀ ਦਾ ਯੂਜ਼ ਕਰਾਂਗੇ। 13ਵਾਂ ਦੇਖੋ I work on the ground floor of the building। देखो the ground floor of the building, ऑफ नाल बनाया ऑफ द बिल्डिंग, क्योंकि बिल्डिंग की गल आ रही है ना, थिंग या आइडिया के नाल आपां ऑफ का यूज करते हैं, कोई पीपल या फिर एनीमल नहीं है, तां करके बिल्कुल इसमें आपां करेक्ट कहांगे, बिल्कुल करेक्ट है। 14वां द हेयर ऑफ डेविड इज वेरी लॉन्ग, डेविड के बाल बहुत लंबे ने। देखो द हेयर ऑफ डेविड, डेविड एक आदमी है, द हेयर ऑफ डेविड नहीं, आप कहांगे डेविड्स, डेविड्स अपॉस्ट्रोफी एस, डेविड्स हेयर, इस तरह कहांगे। अगला देखो 15वां आई कुडंट गो टू द पार्टी ऑफ कैथरीन। देखो द पार्टी ऑफ कैथरीन, मैं कैथरीन की पार्टी दे विच नहीं जा सकिया, द पार्टी ऑफ कैथरीन, कैथरीन किसी व्यक्ति का नाम है, तो करके द पार्टी ऑफ कैथरीन नहीं, कैथरीन्स पार्टी, तो आप कहांगे कैथरीन अपॉस्ट्रोफी एस, कैथरीन्स पार्टी, ये बिल्कुल राइट आएगा। अगला देखो 16वां डू यू नो द नंबर ऑफ द मैन आई नीड टू स्पीक टू, कि तुहानू उस व्यक्ति का नंबर पता है जिस दे नाल मैनू गल करन दी जरूरत है। मतलब एक गल देखो इत्थे की चीज़ है, जेकर सिर्फ इन्ना हुंदा डू यू नो द नंबर ऑफ द मैन, ऑफ नाल बनाया जांदा द नंबर ऑफ द मैन, फिर आपां कहंदे भी ऑफ द मैन नहीं, द मैन अपॉस्ट्रोफी एस नंबर, द मैनस नंबर, अपॉस्ट्रोफी दे नाल आपां यूज करना सी क्योंकि इत्थे पीपल आ गया। बट मैं तुहानू रूल्स दे विच भी समझाया सी, जेकर ग्रुप ऑफ वर्ड्स होवे लंबा तो उस दे नाल आपां अपॉस्ट्रोफी दा यूज नहीं कर सकते। जेकर इत्थे आपां अपॉस्ट्रोफी लगावांगे तो आई नीड टू स्पीक टू, ये इसे मैन दे बारे कहा गया है, आई नीड टू स्पीक टू, भी जिस दे बारे में गल करनी है। जिस तरह एग्जाम्पल मैं तुहानू शुरू दे विच दित्ती सी कि उस औरत का नाम जिहड़ी कि दरवाजे दे नाल बैठी है, तां करके इत्थे अपॉस्ट्रोफी एस दा आपां यूज नहीं कर सकते, लॉन्ग ग्रुप ऑफ वर्ड आ गया, तां करके बिल्कुल ये राइट है, ये बिल्कुल राइट है। हुण अगले तीनों तुसीं खुद बना के देखने ने, बिल्कुल ईजी ने, मैं ट्रांसलेट करदा। देखो पहले दे विच कह रहा 17वां हैव यू सीन, की तुसीं देखिया, हैव यू सीन द कार ऑफ द पेरेंट्स ऑफ माइक। देखो ये थोड़ा जा पजलिंग हो सकता है, देखो दोबारा पढ़ो, हैव यू सीन द कार ऑफ, ऑफ आया, हैव यू सीन द कार ऑफ द पेरेंट्स ऑफ माइक, ऑफ दे नाल बनाया गया। हुण तुसीं देखो पेरेंट्स ऑफ माइक है तो इत्थे अपॉस्ट्रोफी दे नाल बनेगा। हुण अपॉस्ट्रोफी दे नाल किस तरह बनेगा, तो किस तरह बनावांगे, सब तो पहला तुसीं ने देखना है कि गल किस दी करी, किस दी कार, किस दे पेरेंट्स, पहला अपॉस्ट्रोफी किस दे नाल लगावांगे, पहला लगावांगे हैव यू सीन, हैव यू सीन माइक्स, हैव यू सीन माइक्स पेरेंट्स, हैव यू सीन माइक्स पेरेंट्स अपॉस्ट्रोफी कार, इस तरह बनेगा हैव यू सीन माइक्स पेरेंट्स कार। अगले दो तुसी खुद बनाने ने। व्हाट इज द मीनिंग ऑफ दिस एक्सप्रेशन, देखो व्हाट इज द मीनिंग ऑफ दिस एक्सप्रेशन, एक्सप्रेशन की हुंदा है मतलब अपनी तक्कनी, तो इस दे नाल देखना तुसी ने ऑफ दे नाल ही ठीक है या फिर इत्थे अपॉस्ट्रोफी नाल बनाओगे। अगला देखो डू यू एग्री विद द इकनॉमिक पॉलिसी ऑफ द गवर्नमेंट, ये याद रखना है, गवर्नमेंट कंपनी, मैं तुहानूं समझा के हटिया किस तरह, मतलब कि ठीक है या फिर अपॉस्ट्रोफी नाल बनाओगे, द इकनॉमिक पॉलिसी ऑफ द गवर्नमेंट। सो ये तुसीं कमेंट दे विच इन्हां दोवां दा आंसर जिहड़ा तुसीं ने खुद देना है। सो ये सी अपनी इस यूनिट की अपनी एक्सरसाइज फर्स्ट, एंड अगे हुण अपनी इस यूनिट दीयां जिहड़ियां अपनी अगलियां एक्सरसाइजेज ने वो आपां करदे हां। 3 ने
ਇਹਨਾਂ ਦੇ ਮਤਲਬ ਕਿ ਕੁਝ ਕੁ ਸੈਂਟੈਂਸਸ ਨੇ, ਸਾਰੇ ਹੀ ਆਪਾਂ ਇਕੱਠੇ ਕਰਦੇ ਹਾਂ। ਦੇਖੋ ਸਭ ਤੋਂ ਪਹਿਲਾਂ ਆਪਣਾ 81.2 ਦੂਸਰੀ ਇਸ ਦੀ ਐਕਸਰਸਾਈਜ਼ ਕਰਦੇ ਹਾਂ। ਇਸ ਦੇ ਵਿੱਚ ਕੀ ਕਰਨਾ ਹੈ, ਬਿਲਕੁਲ ਸਿੰਪਲ ਨੇ ਸਾਰੇ। ਇਸ ਦੇ ਵਿੱਚ ਕੀ ਕਰਨਾ ਹੈ, ਵਟ ਇਜ਼ ਅਨਦਰ ਵੇ ਆਫ ਸੇਇੰਗ ਦੀਜ਼ ਥਿੰਗਸ। ਇਹਨਾਂ ਨੇ ਆਪਾਂ ਨੂੰ ਇਹ ਸ਼ਬਦ ਲਿਖਤੇ ਵੀ ਇਹਨਾਂ ਸ਼ਬਦਾਂ ਨੂੰ ਹੋਰ ਕਿਸ ਤਰੀਕੇ ਦੇ ਨਾਲ ਆਪਾਂ ਲਿਖ ਸਕਦੇ ਹਾਂ। ਯੂਜ਼ ਅਪੋਸਟ੍ਰੋਫੀ ਐਸ, ਜਾਂ ਫਿਰ ਜੇ ਪਹਿਲਾਂ ਤੋਂ ਕਿਸੇ ਦੇ ਪਲੂਰਲ ਹੈ, ਪਹਿਲਾਂ ਤੋਂ ਮਗਰ ਐਸ ਹੈ, ਫਿਰ ਆਪਾਂ ਇਕੱਲਾ ਅਪੋਸਟ੍ਰੋਫੀ ਯੂਜ਼ ਕਰਦੇ ਹਾਂ। ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਆਪਾਂ ਨੇ ਅਪੋਸਟ੍ਰੋਫੀ ਲਗਾ ਕੇ ਯੂਜ਼ ਕਰਨਾ ਹੈ। ਬਿਲਕੁਲ ਈਜ਼ੀ ਹੈ। ਕਿਸ ਤਰ੍ਹਾਂ ਯੂਜ਼ ਕਰਨਾ ਹੈ, ਦੇਖੋ ਇਹਨਾਂ ਨੇ ਆਪਾਂ ਨੂੰ ਇਸ ਤਰ੍ਹਾਂ ਲਿਖਤਾ। ਫਸਟ ਦੇਖੋ, ਅ ਹੈਟ ਫॉर ਅ ਵੂਮਨ। ਜੇ ਆਪਾਂ ਪੰਜਾਬੀ ਦੇ ਵਿੱਚ ਕਹੀਏ, ਇਹਨਾਂ ਨੇ ਲਿਖਤਾ ਅ ਹੈਟ, ਇੱਕ ਟੋਪੀ, ਫॉर ਅ ਵੂਮਨ, ਔਰਤ ਦੇ ਲਈ। ਮਤਲਬ ਕਿ ਇਹਨਾਂ ਨੇ ਕਿਹਾ ਇੱਕ ਟੋਪੀ ਜੋ ਕਿ ਇੱਕ ਔਰਤ ਦੇ ਲਈ ਹੈ, ਤਾਂ ਉਹਨੂੰ ਆਪਾਂ ਕੀ ਕਹਿੰਦੇ ਆ, ਇੱਕ ਔਰਤ ਦੀ ਟੋਪੀ। ਇਸ ਤਰ੍ਹਾਂ ਹੀ ਕਹਾਂਗੇ ਨਾ। ਦੇਖੋ ਅ ਹੈਟ ਫॉर ਅ ਵੂਮਨ, ਤਾਂ ਆਪਾਂ ਕਹਾਂਗੇ ਅ women apostrophe s hat, a women's hat। ਹੁਣ ਇੱਥੇ a ਲਗਾਇਆ ਕਿਉਂਕਿ a women's hat ਇੱਕ ਟੋਪੀ ਦੀ ਗੱਲ ਹੋ ਰਹੀ ਹੈ, ਠੀਕ ਹੈ। a hat ਹੈ ਤਾਂ ਕਰਕੇ ਇੱਥੇ ਵੀ ਆਪਾਂ a hat, a woman, ਤੋਂ ਹੀ ਸਟਾਰਟ ਕਰਾਂਗੇ। ਮਤਲਬ ਕਹਿਣ ਦਾ ਮਤਲਬ ਹੈ a hat for a woman, ਤਾਂ ਆਪਾਂ ਕਹਾਂਗੇ a women's hat। ਜਿਹੜਾ a ਹੈ ਜਿਹੜਾ ਇਹ ਇਸ ਲਈ ਹੈ, hat ਦੇ ਲਈ ਹੈ, ਇਹ ਗੱਲ ਤੁਸੀਂ ਨੇ ਯਾਦ ਰੱਖਣੀ ਹੈ, a women's hat। ਦੂਸਰਾ ਦੇਖੋ a name, ਇੱਥੇ ਵੀ ਸਿੱਧੀ ਜੀ ਗੱਲ ਹੈ। ਦੇਖੋ ਜਿਸ ਸੈਂਟੈਂਸ ਦੇ ਅੱਗੇ ਪਹਿਲਾਂ ਤੋਂ ਅ ਲਿਖਿਆ ਹੋਇਆ ਤਾਂ ਉਸ ਨੂੰ ਉਧਰੋਂ ਵੀ ਸਟਾਰਟਿੰਗ ਅ ਤੋਂ ਹੀ ਹੋਏਗੀ, ਇਹ ਚੀਜ਼ ਯਾਦ ਰੱਖੋ। ਦੇਖੋ ਅ ਨੇਮ ਫॉर ਅ ਬॉय, ਉਹ ਨਾਮ ਜਿਹੜਾ ਕਿ ਇੱਕ ਲੜਕੇ ਦੇ ਲਈ ਹੁੰਦਾ ਹੈ, ਤਾਂ ਆਪਾਂ ਕੀ ਕਹਿੰਦੇ ਹੁੰਦੇ ਆ, ਇੱਕ ਲੜਕੇ ਦਾ ਨਾਮ। ਦੇਖੋ ਕਹਿਣ ਦਾ ਤਰੀਕਾ ਦੇਖੋ, ਉਹ ਨਾਮ ਜਿਹੜਾ ਇੱਕ ਲੜਕੇ ਦੇ ਲਈ ਹੈ ਤਾਂ ਉਸ ਨੂੰ ਕੀ ਕਹਾਂਗੇ, ਲੜਕੇ ਦਾ ਨਾਮ, ਹਨਾ, ਇੱਕ ਲੜਕੇ ਦਾ ਨਾਮ। ਤਾਂ ਅਪੋਸਟ੍ਰੋਫੀ ਕਹਾਂਗੇ ਆਪਾਂ ਕਹਾਂਗੇ ਅ ਬॉयਜ਼ ਨੇਮ, ਅ ਬॉयਜ਼ ਨੇਮ। ਜਾਂ ਸਿੰਪਲ ਜੀ ਗੱਲ ਹੈ, ਜਿਹੜਾ ਐਂਡ ਤੇ ਜਿਹੜਾ ਕੋਈ ਨਾਉਨ ਦਿੱਤਾ ਹੋਇਆ ਉਸ ਦੇ ਨਾਲ ਅਪੋਸਟ੍ਰੋਫੀ ਲਗਾ ਕੇ ਮੂਰਲੇ ਵਾਲਾ ਇਸ ਤਰ੍ਹਾਂ ਲੱਗ ਜਾਏਗਾ। ਅਗਲਾ ਦੇਖੋ ਕਲੋਥਸ, ਦੇਖੋ ਪਲੂਰਲ ਆ ਗਿਆ, ਕਲੋਥਸ ਫॉर ਚਿਲਡਰਨ, ਕੱਪੜੇ ਬੱਚਿਆਂ ਦੇ ਲਈ। ਮਤਲਬ ਉਹ ਕੱਪੜੇ ਜਿਹੜੇ ਬੱਚਿਆਂ ਦੇ ਲਈ ਹੁੰਦੇ ਨੇ, ਤਾਂ ਆਪਾਂ ਕੀ ਕਹਿੰਦੇ ਹੁੰਦੇ ਆ, ਬੱਚਿਆਂ ਦੇ ਕੱਪੜੇ। ਤਾਂ ਆਪਾਂ ਕਹਾਂਗੇ ਚਿਲਡਰਨ ਅਪੋਸਟ੍ਰੋਫੀ ਐਸ, ਚਿਲਡਰਨਸ ਕਲੋਥਸ। ਮੇਰੇ ਖਿਆਲ ਸਭ ਤੋਂ ਈਜ਼ੀ ਹੈ ਇਹ ਐਕਸਰਸਾਈਜ਼, ਹੈ ਨਾ, ਸਾਰੇ ਆਰਾਮ ਨਾਲ ਕਰ ਲਓਗੇ। ਅਗਲਾ ਦੇਖੋ ਅ ਸਕੂਲ, ਉਹ ਸਕੂਲ ਫॉर ਗਰਲਸ ਜਿਹੜਾ ਕਿ ਲੜਕੀਆਂ ਦੇ ਲਈ ਹੈ, ਤਾਂ ਆਪਾਂ ਕੀ ਕਹਾਂਗੇ, ਲੜਕੀਆਂ ਦਾ ਸਕੂਲ। ਤਾਂ ਆਪਾਂ ਕਹਾਂਗੇ ਅ ਗਰਲਸ। ਹੁਣ ਦੇਖੋ ਪਲੂਰਲ ਹੈ, ਐਸ ਤੋਂ ਐਂਡ ਹੁੰਦਾ ਤਾਂ ਕੱਲਾ ਅਪੋਸਟ੍ਰੋਫੀ, ਨਾਲ ਦੁਬਾਰੇ ਐਸ ਨਹੀਂ ਲੱਗੂਗਾ। ਅ ਗਰਲਸ ਸਕੂਲ, ਅ ਗਰਲਸ ਸਕੂਲ। ਅਗਲਾ ਦੇਖੋ ਅ ਨੈਸਟ, ਉਹ ਆਲਣਾ ਫॉर ਅ ਬਰਡ ਜਿਹੜਾ ਕਿ ਇੱਕ ਪੰਛੀ ਦੇ ਲਈ ਹੁੰਦਾ ਹੈ, ਤਾਂ ਆਪਾਂ ਕਹਾਂਗੇ ਪੰਛੀ ਦਾ ਆਲਣਾ, ਅ ਬਰਡਸ ਨੈਸਟ। ਅ ਲਗਾਇਆ ਕਿਉਂਕਿ ਇੱਕ ਨੈਸਟ, ਇੱਕ ਆਲਣੇ ਦੀ ਗੱਲ ਹੋ ਰਹੀ ਹੈ। ਅਗਲਾ ਅ ਮੈਗਜ਼ੀਨ, ਉਹ ਮੈਗਜ਼ੀਨ ਫॉर ਅ ਵੂਮਨ, ਇੱਕ ਔਰਤ ਦੇ ਲਈ ਜਿਹੜਾ ਮੈਗਜ਼ੀਨ ਹੁੰਦਾ, ਤਾਂ ਆਪਾਂ ਕਹਾਂਗੇ ਔਰਤ ਦਾ ਮੈਗਜ਼ੀਨ। ਤਾਂ ਆਪਾਂ ਕਹਾਂਗੇ ਅ ਵਿਮਨਸ ਮੈਗਜ਼ੀਨ। ਦੇਖੋ ਇਹ ਤਾਂ ਸੀਗਾ ਬਿਲਕੁਲ ਸਿੰਪਲ ਜੀ ਐਕਸਰਸਾਈਜ਼। ਅਗਲੀ ਦੇਖੋ 81.3, ਰੀਡ ਈਚ ਸੈਂਟੈਂਸ। ਇਹਨੂੰ ਧਿਆਨ ਨਾਲ ਪੜ੍ਹਨਾ ਹੈ। ਵੈਸੇ ਇਹ ਹੈਗਾ ਕਿਵੇਂ ਸੀ, ਜਿਸ ਤਰ੍ਹਾਂ ਤੁਹਾਡੀ ਬੁੱਕ ਦੇ ਵਿੱਚ ਹੈ ਇੱਕ ਸੈਂਟੈਂਸ ਲਿਖਿਆ, ਉਸ ਦਾ ਜਿਹੜਾ ਆਨਸਰ ਲਿਖਣਾ ਉਸ ਦੇ ਨੀਚੇ, ਬਟ ਆਪਾਂ ਨੂੰ ਜਗ੍ਹਾ ਥੋੜੀ ਘੱਟਦੀ ਸੀ, ਮੈਂ ਸਾਹਮਣੇ ਲਿਖਾਂਗਾ, ਠੀਕ ਹੈ, ਤੁਸੀਂ ਨੀਚੇ ਲਿਖ ਸਕਦੇ ਹੋ। ਰੀਡ ਈਚ ਸੈਂਟੈਂਸ ਐਂਡ ਰਾਈਟ ਅ ਨਿਊ ਸੈਂਟੈਂਸ। ਹਰ ਇੱਕ ਸੈਂਟੈਂਸ ਨੂੰ ਜਿਹੜਾ ਲਿਖਿਆ ਹੋਇਆ ਹੈ ਉਸ ਨੂੰ ਦੁਬਾਰਾ ਲਿਖਣਾ ਆਪਾਂ ਨੇ, ਬਿਗਨਿੰਗ ਵਿਦ ਦ ਅੰਡਰਲਾਈਨਡ ਵਰਡ। ਇਹ ਚੀਜ਼ ਯਾਦ ਰੱਖਣੀ ਹੈ। ਔਰ ਆਪਾਂ ਨੇ ਜਦੋਂ ਸ਼ੁਰੂਆਤ ਕਰਨੀ ਹੈ ਦੁਬਾਰਾ ਲਿਖਣ ਦੀ, ਸੈਂਸ ਬਿਲਕੁਲ ਸੇਮ ਚਾਹੀਦੀ ਹੈ। ਜਿਹੜੀ ਸੈਂਸ ਇਸ ਦੀ ਬਣੂਗੀ, ਸੇਮ ਸੈਂਸ ਆਪਾਂ ਨੇ ਉਸ ਦੀ ਕੱਢਣੀ ਹੈ। ਬਟ ਆਪਾਂ ਨੇ ਕਰਨਾ ਕੀ ਹੈ, ਜਦੋਂ ਆਪਾਂ ਨੇ ਦੁਬਾਰੇ ਲਿਖਣਾ ਹੈ, ਆਪਾਂ ਨੇ ਜਦੋਂ ਸ਼ੁਰੂਆਤ ਕਰਨੀ ਹੈ ਤਾਂ ਉਸ ਸ਼ਬਦ ਤੋਂ ਕਰਨੀ ਹੈ ਜਿਹੜਾ ਅੰਡਰਲਾਈਨ ਕੀਤਾ ਗਿਆ ਇਹਨਾਂ ਦੇ ਵਿੱਚ। ਤਾਂ ਆਪਾਂ ਨੇ ਮਤਲਬ ਕਹਿਣ ਦਾ ਮਤਲਬ ਕਿ ਅਪੋਸਟ੍ਰੋਫੀ ਲਗਾ ਕੇ ਆਪਾਂ ਨੇ ਸ਼ਬਦ ਜਿਹੜਾ ਉਹ ਬਣੂਗਾ ਆਪਣਾ। ਜਿਹੜੇ ਸ਼ਬਦ ਅੰਡਰਲਾਈਨ ਕੀਤੇ ਗਏ ਨੇ ਆਪਾਂ ਨੇ ਉਹਨਾਂ ਸ਼ਬਦਾਂ ਤੋਂ ਸ਼ੁਰੂਆਤ ਕਰਨੀ ਹੈ ਤੇ ਉਸ ਦੇ ਨਾਲ ਅਪੋਸਟ੍ਰੋਫੀ ਐਸ ਹੀ ਲੱਗੂਗਾ, ਠੀਕ ਹੈ। ਦੇਖੋ ਪਹਿਲਾਂ ਬਣਾ ਕੇ ਦੱਸਦਾ, ਬਿਲਕੁਲ ਈਜ਼ੀ, ਆਰਾਮ ਨਾਲ ਸਮਝ ਆਊਗਾ। ਪਹਿਲਾਂ ਪੰਜਾਬੀ ਦੇ ਵਿੱਚ ਸਮਝੋ। ਪਹਿਲੇ 'ਚ ਕਹਿ ਰਿਹਾ ਹੈ ਦ ਮੀਟਿੰਗ ਟੂਮੋਰੋ ਹੈਜ਼ ਬੀਨ ਕੈਂਸਲਡ। ਤਾਂ ਇਹਦਾ
फुल जिहड़ा पंजाबी ਇਹਦਾ मतलब बन गया द मीटिंग टुमोरो हैज़ बीन कैंसल्ड। जिहड़ी कल दी मीटिंग है वो कैंसल हो चुकी है। तो आप शुरुआत करनी है टुमोरो तो आप करांगे इत्थे टुमोरो इस दे नाल अपॉस्ट्रोफी एस। हुण आपां ने भी यही चीज़ कहनी है। इन्होंने कहा द मीटिंग टुमोरो कल दी मीटिंग हैज़ बीन कैंसल्ड हो चुकी है। तो आपां भी यही गल कहांगे भी कल दी मीटिंग तो आप कहा टुमोरो अपॉस्ट्रोफी एस टुमोरोज कल दी। हुण कल दी की कैंसल हुई है मीटिंग तो आप कहांगे टुमोरोज मीटिंग। बाकी जिहड़ा रह गया हैज़ बीन कैंसल्ड बिल्कुल ईजी वन। ठीक है। सैकंड देखो द स्टॉर्म मतलब तूफान। द स्टॉर्म लास्ट वीक जिहड़ा लास्ट वीक तूफान आया सी काउज्ड अ लॉट ऑफ डैमेज वो बहुत सारे डैमेज का नुकसान का कारण बनिया। ठीक है। आपने शुरुआत करनी है अंडरलाइन शब्द तो लास्ट वीक इस दे नाल अपॉस्ट्रोफी एस लगावांगे। हुण इहदा मीनिंग बनदा सी कि जिहड़ा पिछले हफ्ते तूफान आया सी वो बहुत सारे डैमेज का कारण बनिया। इत्थे भी सेम कहांगे भी जिहड़ा पिछले हफ्ते तूफान आया सी मतलब कि लास्ट वीक्स पिछले हफ्ते दा। हुण पिछले हफ्ते दा की पिछले हफ्ते दा तूफान स्टॉर्म लास्ट वीक्स स्टॉर्म। उस तो बाद काउज्ड अ लॉट ऑफ डैमेज caused a lot of damage। इसी तरह थर्ड देखो द ओनली सिनेमा की गल हो रही है द ओनली सिनेमा इन द टाउन इस टाउन का इकलौता सिनेमा हैज क्लोज्ड डाउन। वो की है क्लोज डाउन बंद हो गया। इस टाउन का इकलौता सिनेमा बंद हो गया तो आप कहांगे द टाउन अपॉस्ट्रोफी एस लगावांगे द टाउन्स टाउन दा। हुण टाउन दा की टाउन दा ओनली सिनेमा द टाउन्स ओनली सिनेमा। हुण जिहड़ा टाउन दा ओनली सिनेमा उस नाल की होया हैज़ क्लोज्ड डाउन। बाकी सारा सेम हैज़ क्लोज्ड डाउन फुल स्टॉप। अगे देखो फोर्थ द वैदर की गल हो रही है द वैदर इन ब्रिटेन के जिहड़ा वैदर है इज वेरी चेंजेबल वो बहुत ज़्यादा चेंजेबल है। मतलब कि ब्रिटेन का वैदर बहुत ज़्यादा चेंजेबल है। आप ब्रिटेन तो शुरुआत करांगे ना अंडरलाइन है ब्रिटेन अपॉस्ट्रोफी एस ब्रिटेन दा की वैदर ब्रिटेन्स वैदर। बाकी इज वेरी चेंजेबल बाकी सेम उसी तरह इज वेरी चेंजेबल। ओके आई होप कि तुहानूं पता लगी जा रहा है बिल्कुल ईजी जा काम है। पंजवां टूरिज्म इज द मेन इंडस्ट्री। देखो ये चीज़ याद रखनी भी टूरिज्म है ये कह रहे हैं जिहड़ा टूरिज्म है टूरिज्म की हुंदा भी जिहड़े बंदे टूर ते आउंदे ने है ना टूरिज्म करते हैं टूरिज्म इज द मेन। ठीक है मेन इंडस्ट्री है जिहड़ा टूरिज्म है इज द मेन इंडस्ट्री है किसदी इन द रीजन इस खेतर की मेन इंडस्ट्री। जेकर पंजाबी चो दोबारा समझावां ये कह रहे हैं कि इस खेतर की मेन इंडस्ट्री टूरिज्म है। दोबारा समझो इस खेतर की मेन इंडस्ट्री टूरिज्म है तो आप कहेंगे द रीजन। इत्थे भी आप यही चीज कहनी है कि इस रीजन की मेन इंडस्ट्री टूरिज्म है तो आप कहेंगे द रीजनस दी इस खेतर की की मेन इंडस्ट्री है जिहड़ी मेन इंडस्ट्री केड़ी है टूरिज्म इज टूरिज्म। लै दसो इस दे विच की प्रॉब्लम है आसानी दे नाल कर सकते हो ना बिल्कुल ईजी है। बस तुहानूं एक थोड़ा जिहा क्लू मिल जाए है ना पता लग जाए एक सेंटेंस के नाल ही सारा कुछ पता चल जाता है कि किहड़ा किद्दां आएगा। हुण देखो लास्ट भी बिल्कुल ईजी वन किस तरह देखो यूज द इन्फॉर्मेशन गिवन टू कंप्लीट द सेंटेंस। ये छड्डो इन्होंने कुछ ये दस्या नहीं मैं समझाउणा। इन्होंने आपां नूं 4 सेंटेंस दिते गए हैं हर एक सेंटेंस दे विच पहला उपर देखो ये पूरी स्टेटमेंट है उस तो बाद नीचे दोबारा लिखा गया ये ब्लैंक जो छड्डिया गया वो आपां ने पूरा करना है और एंड ते हर एक सेंटेंस दे एंड ते ये आपां देखो ब्रैकेट दे विच एक शब्द दिता गया
ਚਾਰਾਂ ਦੇ ਐਂਡ ਤੇ ਹੈ, ਚਾਰਾਂ ਦੇ ਐਂਡ ਤੇ। ਹੁਣ ਤੁਸੀਂ ਕੀ ਕਰਨਾ ਹੈ? ਤੁਸੀਂ ਕਰਨਾ ਇਹ ਹੈ, ਉੱਪਰਲੀ ਸਟੇਟਮੈਂਟ ਪੜ੍ਹਨੀ ਹੈ। ਉੱਪਰਲੀ ਸਟੇਟਮੈਂਟ ਦੇ ਵਿੱਚ ਇਹਨਾਂ ਨੇ ਕੁਝ ਨਾ ਕੁਝ ਕੋਈ ਡਿਸਟੈਂਸ ਸਮਾਂ ਦਿੱਤਾ ਹੋਇਆ ਹੈ। ਮੰਨ ਲਓ 20 ਮਿੰਟ ਦੇ ਤੇ ਹੈ ਨਾ, ਵੀ ਉਹਦੇ ਵਿੱਚ ਆਪਾਂ ਨੂੰ ਪਤਾ ਚੱਲ ਜੂਗਾ। ਮੰਨ ਲਓ ਇਹ ਇਸ ਤਰ੍ਹਾਂ ਕਹਿਣਗੇ ਵੀ ਤੁਸੀਂ 9 ਵਜੇ ਘਰੋਂ ਨਿਕਲੇ ਤੇ ਤੁਸੀਂ 10 ਵਜੇ ਸਕੂਲ ਪਹੁੰਚੇ। ਹੁਣ ਆਪਾਂ ਨੂੰ ਸਕੂਲ ਪਹੁੰਚਣ ਦੇ ਵਿੱਚ ਕਿੰਨਾ ਸਮਾਂ ਲੱਗਿਆ? 1 ਘੰਟਾ। ਤਾਂ ਆਪਾਂ ਇੱਥੇ ਬਲੈਂਕ ਦੇ ਵਿੱਚ ਲਿਖਾਂਗੇ 1 ਆਵਰ, ਫਿਰ ਉੱਥੇ ਅਪੋਸਟ੍ਰੋਫੀ ਐਸ ਦਾ ਯੂਜ਼ ਕਰਾਂਗੇ। ਉਸ ਤੋਂ ਬਾਅਦ ਪਿੱਛੇ ਬਸ ਜਿਹੜਾ ਬ੍ਰੈਕਟ 'ਚ ਦਿੱਤਾ ਇਹ ਲਿਖ ਦਾਂਗੇ ਐਜ਼ ਇਟ। ਜੇਕਰ ਆਪਾਂ ਨੂੰ ਇਹਨਾਂ ਨੇ ਕਿਹਾ ਕਿ ਤੁਸੀਂ ਸਕੂਲ 'ਚੋਂ ਆਪਣਾ ਘਰੋਂ 9 ਵਜੇ ਨਿਕਲੇ, 11 ਵਜੇ ਸਕੂਲ ਪਹੁੰਚੇ, ਤਾਂ ਆਪਾਂ ਨੂੰ ਕਿੰਨੇ ਘੰਟੇ ਲੱਗੇ? 2 ਘੰਟੇ। ਤਾਂ ਆਪਾਂ ਇੱਥੇ ਲਿਖਾਂਗੇ 2 ਆਵਰਸ। ਤਾਂ 2 ਆਵਰਸ ਦੇ ਹਿਸਾਬ ਨਾਲ ਹੀ ਆਪਾਂ ਦੇਖਾਂਗੇ ਕਿ ਪਲੂਰਲ ਹੈ, ਐਸ ਤੋਂ ਐਂਡ ਹੁੰਦਾ ਹੈ ਜਾਂ ਕਿੱਦਾਂ। ਉਸੇ ਤਰ੍ਹਾਂ ਅਪੋਸਟ੍ਰੋਫੀ ਐਸ, ਜੇਕਰ ਕੱਲੀ ਅਪੋਸਟ੍ਰੋਫੀ ਲੱਗਦੀ ਹੋਈ, ਕੱਲੀ ਅਪੋਸਟ੍ਰੋਫੀ ਐਸ ਲੱਗਦਾ ਹੋਇਆ ਨਾਲ, ਤਾਂ ਅਪੋਸਟ੍ਰੋਫੀ ਐਸ। ਉਸ ਤੋਂ ਬਾਅਦ ਬ੍ਰੈਕਟ ਵਾਲਾ ਨਾਲ ਲਿਖ ਦਾਂਗੇ। ਬਿਲਕੁਲ ਹੀ ਈਜ਼ੀ ਹੈ, ਪਹਿਲਾਂ ਬਣਾਉਂਦੇ ਸਾਰ ਹੀ ਤੁਹਾਨੂੰ ਸਮਝ ਆ ਜਾਏਗਾ। ਦੇਖੋ ਕਿਸ ਤਰ੍ਹਾਂ। ਫਸਟ, ਇਫ ਆਈ ਲੀਵ ਮਾਈ ਹਾਊਸ ਐਟ 9 o'clock। ਦੇਖੋ ਉਹੀ ਗੱਲ ਆ ਗਈ, ਕਹਿੰਦਾ ਜੇ ਮੈਂ ਆਪਣੇ ਘਰੋਂ 9 ਵਜੇ ਨਿਕਲਦਾ ਐਂਡ ਡਰਾਈਵ ਟੂ ਦਾ ਏਅਰਪੋਰਟ, ਅਤੇ ਏਅਰਪੋਰਟ ਨੂੰ ਜਾਣਾ, ਆਈ ਅਰਾਈਵਡ ਐਟ ਅਬਾਊਟ 11, ਅਤੇ 11 ਵਜੇ ਮੈਂ ਏਅਰਪੋਰਟ ਪਹੁੰਚ ਗਿਆ। ਠੀਕ ਹੈ। ਸੋ ਇਟਸ ਅਬਾਊਟ, ਹੁਣ ਇਹ ਦੇਖੋ ਪਹਿਲਾਂ, ਇਹ ਦੇਖੋ, ਸੋ ਇਟਸ ਅਬਾਊਟ ਫਰੋਮ ਮਾਈ ਹਾਊਸ ਟੂ ਏਅਰਪੋਰਟ। ਤਾਂ ਕਹਿੰਦਾ ਮੈਨੂੰ ਘਰੋਂ ਏਅਰਪੋਰਟ ਜਾਣ ਤੇ ਮਤਲਬ ਕਿੰਨਾ ਸਮਾਂ ਲੱਗਿਆ, ਕਿੰਨੇ ਸਮੇਂ 'ਚ ਪਹੁੰਚ ਗਿਆ। ਇਹ ਦੇਖੋ 9 ਵਜੇ ਨਿਕਲੇ, 11 ਵਜੇ ਪਹੁੰਚੇ, ਕਿੰਨਾ ਸਮਾਂ ਲੱਗਿਆ ਆਪਾਂ ਨੂੰ? 2 ਘੰਟੇ, 2 ਆਵਰਸ। ਤਾਂ ਆਪਾਂ ਕਹਾਂਗੇ ਸੋ ਇਟਸ ਅਬਾਊਟ 2 ਆਵਰਸ। ਦੇਖੋ ਪਲੂਰਲ ਆ ਗਿਆ ਔਰ ਐਸ ਤੋਂ ਐਂਡ ਹੁੰਦਾ ਪਲੂਰਲ, ਤਾਂ ਕੱਲੀ ਅਪੋਸਟ੍ਰੋਫੀ ਨਾਲ ਦੁਬਾਰਾ ਐਸ ਨਹੀਂ ਲਗਾਵਾਂਗੇ। ਹੋ ਗਿਆ। ਬ੍ਰੈਕਟ ਦੇ ਵਿੱਚ ਕੀ ਹੈ? ਡਰਾਈਵ। ਲਓ ਜੀ, ਕੰਪਲੀਟ ਹੋ ਗਿਆ। ਤਾਂ ਇਹਦਾ ਮਤਲਬ ਹੋ ਗਿਆ ਸੋ ਇਟਸ ਅਬਾਊਟ 2 ਆਵਰਸ ਡਰਾਈਵ ਫਰੋਮ ਮਾਈ ਹਾਊਸ ਟੂ ਏਅਰਪੋਰਟ। ਇਸ ਲਈ ਕਹਿੰਦਾ ਮੇਰੇ ਘਰ ਤੋਂ ਏਅਰਪੋਰਟ ਤੱਕ ਦੀ 2 ਘੰਟਿਆਂ ਦੀ ਡਰਾਈਵ ਹੋਗੀ, 2 ਘੰਟਿਆਂ ਦਾ ਸਮਾਂ ਹੋ ਗਿਆ। ਅਗਲਾ ਦੇਖੋ, ਕਹਿੰਦਾ ਇਫ ਆਈ ਲੀਵ ਮਾਈ ਹਾਊਸ ਐਟ 4:40। ਜੇਕਰ ਮੈਂ ਆਪਣੇ ਘਰੋਂ 8:40 ਤੇ ਨਿਕਲਦਾ ਐਂਡ ਵਾਕ ਟੂ ਦਾ ਸੈਂਟਰ, ਅਤੇ ਸੈਂਟਰ ਵੱਲ ਜਾਣਾ, ਆਈ ਗੈਟ ਦੇਅਰ 9 o'clock, ਅਤੇ ਮੈਂ 9 ਵਜੇ ਪਹੁੰਚ ਜਾਂਦਾ। ਹੁਣ ਦੇਖੋ ਕਿੰਨਾ ਸਮਾਂ ਲੱਗਿਆ। 8:40 ਤੇ ਆਪਾਂ ਘਰੋਂ ਨਿਕਲੇ, 9 ਵਜੇ ਸੈਂਟਰ ਪਹੁੰਚ ਗਏ, ਕਿੰਨੇ ਮਿੰਟ ਲੱਗੇ? 20 ਮਿੰਟ ਲੱਗੇ ਆਪਾਂ ਨੂੰ। ਇਸ ਲਈ ਸੋ ਇਟਸ ਆਪਾਂ ਕਹਾਂਗੇ 20 ਮਿੰਟਸ। ਇਟਸ 20 ਮਿੰਟਸ। ਇਹ ਵੀ ਪਲੂਰਲ ਹੈ, ਐਸ ਤੋਂ ਐਂਡ ਹੁੰਦਾ ਕੱਲਾ ਅਪੋਸਟ੍ਰੋਫੀ। 20 ਮਿੰਟਸ ਬ੍ਰੈਕਟ ਦੇ ਵਿੱਚ ਕੀ ਹੈ? ਵਾਕ। ਤਾਂ ਇਹ ਬਣ ਗਿਆ ਸੋ ਇਟਸ 20 ਮਿੰਟਸ ਵਾਕ ਫਰੋਮ ਮਾਈ ਹਾਊਸ ਟੂ ਦਾ ਸੈਂਟਰ। ਵੀ ਮੇਰੇ ਘਰ ਤੋਂ ਸੈਂਟਰ ਤੱਕ ਦੀ 20 ਮਿੰਟ ਦੀ ਵਾਕ ਹੈ, ਤੁਰ ਕੇ ਜਾਣ ਦਾ 20 ਮਿੰਟ ਦਾ ਸਮਾਂ। ਥਰਡ, ਆਈ ਐਮ ਗੋਇੰਗ ਔਨ ਹੌਲੀਡੇ ਔਨ ਦਾ 12th। 12 ਤਰੀਕ ਨੂੰ ਮੈਂ ਹੌਲੀਡੇ ਤੇ ਗਿਆ। 12 ਤਰੀਕ ਨੂੰ ਯਾਦ ਰੱਖਣਾ ਹੈ, ਮੈਂ 12 ਤਰੀਕ ਨੂੰ ਹੌਲੀਡੇ ਤੇ ਗਿਆ। ਆਈ ਹੈਵ ਟੂ ਬੀ ਬੈਕ, ਅਤੇ ਮੈਂ ਵਾਪਸ ਆਇਆ ਐਟ ਵਰਕ ਔਨ ਦਾ 26th, ਅਤੇ 26 ਨੂੰ ਵਾਪਸ ਆਇਆ। ਹੁਣ ਤੁਸੀਂ ਦੇਖੋ ਕਿੰਨੇ ਦਿਨ ਲੱਗ ਗਏ। 12 ਨੂੰ ਗਿਆ, 26 ਨੂੰ ਆਇਆ। 12 ਦੇ ਵਿੱਚ ਪਲੱਸ ਕਰ ਦੋ, ਜਿੰਨੇ ਪਲੱਸ ਕਰਕੇ 26 ਬਣੂਗਾ ਉਹਨੇ ਦਿਨ ਲੱਗ ਗਏ। 12 ਦੇ ਵਿੱਚ 14 ਪਲੱਸ ਕਰੋ, 26 ਹੋ ਗਿਆ। ਇਹਦਾ ਮਤਲਬ 14 ਦਿਨ ਲੱਗੇ। ਇਹਦਾ ਮਤਲਬ ਆਪਾਂ ਕਹਾਂਗੇ ਸੋ ਆਈ ਹੈਵ ਗॉट 14 ਡੇਜ਼। ਹੁਣ ਦੇਖੋ 14 ਦਾ 2 ਤਰੀਕਾ ਹੈ, ਬੇਸ਼ੱਕ ਤਾਂ 14 ਡੇਜ਼ ਕਹਿ ਦਿਓ, 14 ਦਿਨ, ਬੇਸ਼ੱਕ 2 ਵੀਕਸ ਕਹਿ ਦਿਓ, ਇੱਕੋ ਗੱਲ ਹੈ, ਬਿਲਕੁਲ ਸੇਮ। ਆਪਾਂ 14 ਵੀਕਸ, ਆਪਾਂ 14 ਡੇਜ਼ ਕਹਿ ਦਿੰਦੇ ਹਾਂ। 14 ਡੇਜ਼ ਪਲੂਰਲ ਆ ਗਿਆ, ਕੱਲਾ ਅਪੋਸਟ੍ਰੋਫੀ। 14 ਡੇਜ਼ ਅਪੋਸਟ੍ਰੋਫੀ ਹੌਲੀਡੇ। ਤਾਂ ਇਹ ਮੇਰਾ 14 ਦਿਨਾਂ ਦਾ ਹੌਲੀਡੇ ਹੋ ਗਿਆ। ਅਗਲਾ ਚੌਥਾ, ਆਈ ਵੈਂਟ ਟੂ ਸਲੀਪ ਐਟ 3 o'clock। ਮੈਂ 3 ਵਜੇ ਸੋ ਗਿਆ ਹੈ ਨਾ, ਦਿਸ ਮੋਰਨਿੰਗ, ਇਸ ਮੋਰਨਿੰਗ, ਐਂਡ ਵੌਕ ਅਪ, ਅਤੇ ਉੱਠਿਆ ਐਨ ਆਰ ਲੇਟਰ, ਅਤੇ 1 ਘੰਟੇ ਬਾਅਦ ਉੱਠਿਆ। ਆਫਟਰ ਦੈਟ ਆਈ ਕੁਡਨਟ ਸਲੀਪ। ਉਸ ਤੋਂ ਬਾਅਦ ਮੈਂ ਸੋ ਨਹੀਂ ਸਕਿਆ। ਯਾਦ ਰੱਖਣਾ ਹੈ 3 ਵਜੇ ਸੋਇਆ, ਕਹਿੰਦਾ 1 ਘੰਟੇ ਬਾਅਦ ਉੱਠ ਖੜਿਆ। ਇਹਦਾ ਮਤਲਬ ਕਿੰਨਾ ਟਾਈਮ ਸੋਇਆ? ਇਹ 1 ਘੰਟਾ ਸੋਇਆ। ਸੋ ਲਾਸਟ ਨਾਈਟ ਆਈ ਓਨਲੀ ਹੈਡ 1 hour ਕਹਿ ਦਿਓ ਬੇਸ਼ੱਕ, ਜਾਂ ਫਿਰ ਐਨ ਆਰ, ਆਪਾਂ ਸਿੰਗਲ ਨੂੰ ਏ ਐਨ ਵੀ ਕਹਿ ਸਕਦੇ ਹਾਂ। ਐਨ ਆਰ ਅਪੋਸਟ੍ਰੋਫੀ ਐਸ, ਐਨ ਆਰਜ਼ ਬ੍ਰੈਕਟ 'ਚ ਕੀ ਹੈ? ਸਲੀਪ। ਲੋ ਜੀ ਕੰਪਲੀਟ ਹੈ, ਬਿਲਕੁਲ ਈਜ਼ੀ ਹੈ। ਆਈ ਹੋਪ ਕਿ ਸਾਰਾ ਤੁਸੀਂ
ਕਰ ਸਕੋਗੇ। ਸੋ ਇਹ ਸੀ ਆਪਣੀ ਯੂਨਿਟ ਨੰਬਰ 81। ਬਿਲਕੁਲ ਹੀ ਸਿੰਪਲ ਹੈ, ਬਸ ਰੂਲਸ ਤੁਹਾਡੇ ਸਮਝ ਆਉਣੇ ਚਾਹੀਦੇ ਨੇ। ਸੋ ਜੇਕਰ ਚੰਗੀ ਲੱਗੀ ਹੈ ਵੀਡੀਓ, ਯੂਨਿਟ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆ ਗਈ, ਇਸ ਦੇ ਨਾਲ ਹੀ ਜਿਹੜਾ ਆਪਣਾ BA ਸਮੈਸਟਰ ਫਸਟ ਦਾ ਹੈਗਾ ਸੀ ਜਿਹੜਾ ਚੱਲ ਰਿਹਾ ਆਪਣਾ, ਸ਼ਾਇਦ ਉਹ ਆਪਣਾ ਕੰਪਲੀਟ ਹੋ ਗਿਆ। ਸਾਰੀਆਂ ਜਿਹੜੀਆਂ ਐਕਸਰਸਾਈਜ਼ ਨੇ ਆਪਾਂ ਪਹਿਲਾਂ ਵੀ ਕਰ ਲਈਆਂ 1 ਤੋਂ 37 ਤੱਕ, ਤੇ ਆਪਾਂ ਨੇ 69 ਤੋਂ 81 ਤੱਕ ਵੀ ਆਪਣੀਆਂ ਹੋ ਗਈਆਂ। ਸੋ ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ, ਔਰ ਜੇਕਰ ਤੁਸੀਂ ਚੈਨਲ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਸੋ ਮਿਲਦੇ ਅਗਲੀ ਵੀਡੀਓ ਲੈ ਕੇ, ਉਦੋਂ ਤੱਕ ਦਿਓ ਇਜਾਜ਼ਤ। ਥੈਂਕ ਯੂ ਸੋ ਮਚ।